एक मिनट मेरी मीटिंग पहले लेट हो गई, मैं 1 मिनट रुक जाएगा। थाना में 723 24 8 यार खुद चलने लगी मेरी, मैं लेट हो गया तो ये मेरे मुझे कांटे पा कर जी। सत श्री अकाल जी। और सर बढ़िया ठीक ठाक है जी? हाँ जी बढ़िया सर। अच्छा सर आपने स्क्रीन शेयर करके देख लो प्लीज। एक लैपटॉप तो कर रहे हो जी? सर मदन लाल बोल रहा मैं। जी हाँ जी। अच्छा कब तो कर लैपटॉप तो जाना मदन लाल जी तुसी कर रहे स्क्रीन शेयर किवें सर? हाँ जी मदन लाल जी ठीक है, मैं 1 मिनट मदन लाल जी ਤੁਹਾਨੂੰ ਦੁਬਾਰਾ ਕੰਟੈਕਟ ਕਰਦਾ। ओके जी ओके। स्क्रीन शेयर कर लियो। हेलो जसपाल सर। हेलो हाँ जी सर। सर लैपटॉप तो कर रहे जी? हाँ जी। इदा करो सर पहला ना जी तुसी शेयर करनी है ना स्क्रीन जो भी फाइल शेयर करनी है हाँ जी ਉਹਨੂੰ ਪਹਿਲਾਂ खोल लो। ठीक है जी। जो खुल जाओगी ना जो शेयर करूंगा तो ਤੁਹਾਡੇ ਡੈਸਕਟਾਪ ਤੇ ਆ ਜਾਊਗੀ ਉਹ। ठीक है जी। हाँ जी खोलो प्लीज। खुली हुई है सर। ਜਿੱਦਾਂ ਇਹ ਦਿਖਾਈ ਦੇ ਰਹੀ ਨਾ ਹੁਣ ਮੈਨੂੰ ਕੱਲਾ ਜ਼ੂਮ ਸ਼ੇਅਰ ਦਿਖਾਈ ਦੇ ਰਿਹਾ। ओ सर
ਜਸਪਾਲ ਜੀ ਟੈਕਨੀਕਲ ਥਿਊਰੀ ਇਹਨੂੰ ਥੱਲੇ ਕਰੀ करिए जी स्टार्ट। हाँ जी सर करो प्लीज। जी जसपाल सर करो प्लीज सर। हाँ जी सर, हाँ जी। मैं जसपाल सिंह, मकैनिक मोटर वहीकल इंस्ट्रक्टर सरकारी IT ਸਮਰਾਲਾ। ਅੱਜ ਆਪਾਂ ਗੱਲ ਕਰਦੇ ਹਾਂ ਡੀਜ਼ਲ ਇੰਜਣ ਦੀ। ਡੀਜ਼ਲ ਇੰਜਣ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਡੀਜ਼ਲ ਇੰਜਣ ਐਕਸਟਰਨਲ ਕੰਬਸਸ਼ਨ ਇੰਜਣ ਹੁੰਦਾ ਹੈ। ਇਸ ਨੂੰ ਹੀਟ ਇੰਜਣ ਵੀ ਕਿਹਾ ਜਾਂਦਾ ਹੈ। ਇਹ ਦੋ ਕਿਸਮ ਦਾ ਹੁੰਦਾ ਹੈ, 2 ਸਟ੍ਰੋਕ ਡੀਜ਼ਲ ਇੰਜਣ ਤੇ ਦੂਸਰਾ 4 ਸਟ੍ਰੋਕ ਡੀਜ਼ਲ ਇੰਜਣ। ਇੰਜਣ ਚਾਹੇ 1 ਸਿਲੰਡਰ ਹੋਵੇ ਜਾਂ 2 ਸਿਲੰਡਰ, ਚਾਹੇ 12 ਸਿਲੰਡਰ, ਪਰੰਤੂ ਸਭ ਦੀ ਕਾਰਜ ਪ੍ਰਣਾਲੀ ਸਮਾਨ ਹੁੰਦੀ ਹੈ, ਕਿਉਂਕਿ ਹਰ ਇੱਕ ਸਿਲੰਡਰ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਕਿ 1 ਸਿਲੰਡਰ। ਡੀਜ਼ਲ ਇੰਜਣ ਆਮ ਕਰਕੇ ਪੈਟਰੋਲ ਇੰਜਣ ਦੀ ਤੁਲਨਾ ਵਿੱਚ ਮਕੈਨੀਕਲੀ ਆਸਾਨ ਇੰਜਣ ਹੁੰਦਾ ਹੈ। ਇੰਜਣ ਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਹੈ ਜੋ ਉਸ ਨੂੰ ਚਲਾਉਂਦੀ ਹੈ। ਅੱਗੇ ਹਿਸਟਰੀ। ਸਭ ਤੋਂ ਪਹਿਲੀ ਵਾਰ 4 ਸਟ੍ਰੋਕ ਇੰਜਣ ਜਰਮਨੀ ਦੇ ਇੰਜੀਨੀਅਰ ਡਾਕਟਰ ਨਿਊਲਸ ਆਟੋ ਨੇ 1876 ਵਿੱਚ ਕੱਢੀ, ਜੋ ਕਿ ਕੋਲ ਗੈਸ ਅਤੇ ਫਿਊਲ ਮਿਕਸਚਰ ਨਾਲ ਇੱਕ ਗੈਸ ਇੰਜਣ ਬਣਾਇਆ, ਜੋ ਕਿ 4 ਸਟ੍ਰੋਕ ਇੰਜਣ ਵਿੱਚ ਸਪਾਰਕ ਪਲੱਗ ਦੀ ਵਰਤੋਂ ਕਰਕੇ ਚਲਾਇਆ ਗਿਆ, ਜਿਸ ਨੂੰ ਕਿ ਆਟੋ ਇੰਜਣ ਵੀ ਕਿਹਾ ਜਾਂਦਾ ਹੈ। 4 ਸਟ੍ਰੋਕ 2 ਸਟ੍ਰੋਕ ਡੀਜ਼ਲ ਇੰਜਣ। 2 ਸਟ੍ਰੋਕ ਡੀਜ਼ਲ ਇੰਜਣ ਸਭ ਤੋਂ ਹਾਂਜੀ ਪਹਿਲਾਂ ਅਜੇ ਕੁਮਾਰ ਜੀ ਤੁਹਾਡਾ ਕੁਐਸਚਨ ਹੈ ਕੋਈ? ਹਾਂਜੀ ਸਰ। ਅਜੇ ਕੁਮਾਰ ਜੀ ਦਾ ਹੈਂਡ ਉੱਪਰ ਹੋਇਆ ਹੈ, ਕੋਈ ਕੁਐਸਚਨ ਸੀਗਾ? ਹੈਲੋ ਅਜੇ ਕੁਮਾਰ। ਚਲੋ ਸਰ। ਹਾਂਜੀ, 2 ਸਟ੍ਰੋਕ ਇੰਜਣ ਸਭ ਤੋਂ ਪਹਿਲਾਂ ਇੰਜੀਨੀਅਰ ਦੁੱਗਲ ਕਲਰਕ ਨੇ 1876 ਈਸਵੀ ਵਿੱਚ ਸਕਾਟਿਸ਼ ਇੰਜੀਨੀਅਰ ਵੱਲੋਂ ਡਿਜ਼ਾਈਨ ਕਰਕੇ ਇੰਗਲੈਂਡ ਵਿੱਚ ਖੋਜ ਕੀਤੀ, ਜੋ ਕਿ 2 ਸਟ੍ਰੋਕ ਇੰਜਣ ਤਿਆਰ ਕੀਤਾ ਗਿਆ, ਜਿਸ ਦੀ ਡਾਇਗਰਾਮ ਨਾਲ ਦਿਖਾਈ ਗਈ ਹੈ, ਜੋ ਕਿ ਮੈਂ ਡਾਇਗਰਾਮ ਬਣਾਈ ਹੈ। फोर स्ट्रोक डीजल इंजन। डीजल इंजन डॉक्टर रडोल्फ डीजल ने 1897 ईस्वी ਵਿੱਚ ਜਰਮਨ ਦੀ ਮਕੈਨੀਕਲ ਇੰਜੀਨੀਅਰ ਵਿੱਚ ਖੋਜ ਕੀਤੀ। 4 ਸਟ੍ਰੋਕ ਡੀਜ਼ਲ ਇੰਜਨ। 4 ਸਟ੍ਰੋਕ ਡੀਜ਼ਲ ਇੰਜਨ ਪਹਿਲੀ ਵਾਰ ਇੰਜੀਨੀਅਰ ਨਿਊਲ ਆਟੋ ਨੇ 1876 ਈਸਵੀ ਵਿੱਚ ਡੈਮੋਕ੍ਰੇਟ ਕੀਤਾ, ਜਿਸ ਵਿੱਚ ਪਿਸਟਨ ਦੀਆਂ 4 ਸਟ੍ਰੋਕਾਂ ਤੇ ਕ੍ਰੈਂਕਸ਼ਾਫਟ ਦੇ 2 ਚੱਕਰ ਕੱਟਣ ਤੇ ਇੱਕ ਸਾਈਕਲ ਆਫ ਆਪਰੇਸ਼ਨ ਪੂਰਾ ਹੁੰਦਾ। ਅੰਤਰ। 4 ਸਟ੍ਰੋਕ ਡੀਜ਼ਲ ਇੰਜਨ ਇਸ ਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਨਾਮ ਬਣਾਉਣ ਵਾਲੇ ਡਾਕਟਰ ਰਡੋਲਫ ਇੰਜੀਨੀਅਰ ਨੇ ਇਸ ਦੀ ਖੋਜ ਕੀਤੀ। ਡੀਜ਼ਲ ਇੰਜਨ ਵਿੱਚ ਇਨਲੈਟ ਵਾਲਵ ਦੁਆਰਾ ਸਿਰਫ ਸ਼ੁੱਧ ਹਵਾ ਇਕੱਲੀ ਹੀ ਸਿਲੰਡਰ ਵਿੱਚ ਆਉਂਦੀ ਹੈ। ਇਸ ਨੂੰ ਕਾਫੀ ਕੰਪਰੈਸ ਕੀਤਾ ਜਾਂਦਾ ਹੈ, ਜਿਸ ਨਾਲ ਤਾਪਮਾਨ
ਬਹੁਤ ਵੱਧ ਜਾਂਦਾ ਹੈ। ਇਸ ਐਲ ਨੂੰ ਇੰਜੈਕਟਰ ਦੇ ਦੁਆਰਾ ਸਿਲੰਡਰ ਦੇ ਅੰਦਰ ਆਟੋਮਾਈਜ਼ ਕੀਤਾ ਜਾਂਦਾ ਹੈ। ਹਵਾ ਦੇ ਕਾਫੀ ਗਰਮ ਹੋਣ ਦੇ ਕਾਰਨ ਡੀਜ਼ਲ ਸਪਰੇਅ ਨੂੰ ਅੱਗ ਲੱਗ ਜਾਂਦੀ ਹੈ। ਇਸ ਡੀਜ਼ਲ ਇੰਜਨ ਫਿਊਲ ਨੂੰ ਅੱਗ ਲਗਾਉਣ ਲਈ ਕੋਈ ਸਪਾਰਕ ਪਲੱਗ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਿਰਫ ਹਵਾ ਹੀ ਜ਼ਿਆਦਾ ਗਰਮ ਹੋਣ ਤੇ ਆਪਣੇ ਆਪ ਅੱਗ ਲੱਗ ਜਾਂਦੀ ਹੈ। ਕੰਪਰੈਸ਼ਨ, ਇਸ ਨੂੰ ਕੰਪਰੈਸ਼ਨ ਇਗਨੀਸ਼ਨ ਇੰਜਨ ਵੀ ਕਿਹਾ ਜਾਂਦਾ ਹੈ। ਇੱਕ 4 ਸਿਲੰਡਰ ਸਟ੍ਰੋਕ ਇੰਜਨ ਆਪਾਂ ਨੂੰ ਵਿਖਾਇਆ ਗਿਆ ਹੈ ਜੋ ਕਿ 에ਅਰ ਕੂਲਡ ਹੈ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੰਜਨ ਇੱਕ ਸਿਲੰਡਰ ਹੋਵੇ ਜਾਂ 4 ਸਿਲੰਡਰ, ਇਹਨਾਂ ਸਾਰਿਆਂ ਦੀ ਕਾਰਜ ਪ੍ਰਣਾਲੀ ਕਿਰਿਆ ਇੱਕੋ ਜਿਹੀ ਹੁੰਦੀ ਹੈ। ਸਭ ਤੋਂ ਪਹਿਲਾਂ ਕ੍ਰੈਂਕ ਸ਼ਾਫਟ, ਇਹ ਇੰਜਨ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੰਜਨ ਦਾ ਮੇਨ ਪਾਰਟ ਹੈ। ਕ੍ਰੈਂਕ ਸ਼ਾਫਟ ਨੂੰ ਬਣਾਉਣ ਅਤੇ ਮਸ਼ੀਨ ਕਰਨ ਤੋਂ ਬਾਅਦ ਹੀਟ ਟ੍ਰੀਟਮੈਂਟ ਕਰਦੇ ਹਨ ਤਾਂ ਕਿ ਇਸ ਵਿੱਚ ਹੋਰ ਹਾਰਡਨੈਸ ਆ ਸਕੇ। ਕ੍ਰੈਂਕ ਸ਼ਾਫਟ ਦੇ ਮੇਨ ਜਰਨਲ ਅਤੇ ਕ੍ਰੈਂਕ ਪਿਨ ਨੂੰ 0.15 ਮਿਲੀਮੀਟਰ ਤੱਕ ਗ੍ਰਾਈਂਡ ਕਰ ਸਕਦੇ ਹਾਂ। ਕ੍ਰੈਂਕ ਸ਼ਾਫਟ ਦੇ ਮੁੱਖ ਭਾਗ ਜਰਨਲ, ਖਰੋਜ, ਵੈਬ ਤੇ ਕ੍ਰੈਂਕ ਬੇਡਸ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਸਿੰਗਲ ਪੀਸ ਅਤੇ ਦੂਜੀ ਬਿਲਟ ਅਪ ਕ੍ਰੈਂਕ ਸ਼ਾਫਟ। ਸਿੰਗਲ ਪੀਸ ਕ੍ਰੈਂਕ ਸ਼ਾਫਟ, ਇਸ ਉੱਪਰ ਕਈ ਕਿਸਮ ਦੇ ਲੋਡ ਪੈਂਦੇ ਹਨ, ਇਸ ਲਈ ਇਹ ਵਧੀਆ ਕਿਸਮ ਦੀ ਸਟੀਲ ਫੋਰਜਡ ਕਰਕੇ ਬਣਾਈ ਜਾਂਦੀ ਹੈ। ਇਸ ਵਿੱਚ ਨਿਕਲ ਧਾਤ ਦੀ ਮਾਤਰਾ ਦੁਆਰਾ ਅਧਿਕ ਹੁੰਦੀ ਹੈ। ਛੋਟੇ ਇੰਜਣਾਂ ਤੇ ਵੱਡੇ ਇੰਜਣਾਂ ਲਈ ਇੱਕ ਹੀ ਪੀਸ ਵਿੱਚ ਬਣਾਈ ਜਾਂਦੀ ਹੈ। ਅੱਗੇ ਬਿਲਟ ਅਪ ਕ੍ਰੈਂਕ ਸ਼ਾਫਟ, ਇਹ ਛੋਟੇ ਇੰਜਣਾਂ ਜਿਵੇਂ ਕਿ 2 ਸਟ੍ਰੋਕ ਇੰਜਣ ਅਤੇ ਮੋਟਰਸਾਈਕਲ, ਸਕੂਟਰ ਆਦਿ ਵਿੱਚ ਵਰਤੀ ਜਾਂਦੀ ਹੈ। ਇੱਥੋਂ ਕ੍ਰੈਂਕ ਸ਼ਾਫਟ ਤੋਂ ਕਨੈਕਟਿੰਗ ਰਾਡ, ਇਹ ਪਿਸਟਨ ਨੂੰ ਗਜਨ ਪਿੰਨ ਦੁਆਰਾ ਕ੍ਰੈਂਕ ਸ਼ਾਫਟ ਪਿੰਨ ਨਾਲ ਜੋੜਦੀ ਹੈ ਤਾਂ ਕਿ ਪਿਸਟਨ ਤੇ ਪਈ ਹੋਈ ਥਰਸਟ ਪਾਵਰ ਸਟ੍ਰੋਕ ਦੇ ਅੰਦਰ ਕ੍ਰੈਂਕ ਸ਼ਾਫਟ ਤੱਕ ਕਨੈਕਟਿੰਗ ਰਾਡ ਫੋਰਜ ਸਟੀਲ ਨਾਲ ਬਣਾਈ ਜਾਂਦੀ ਹੈ ਅਤੇ ਇਸ ਦਾ ਵਜਨ ਹਲਕਾ ਰੱਖਣ ਦੇ ਲਈ ਅਤੇ ਤਾਕਤ ਵਧਾਉਣ ਦੇ ਲਈ ਛੇਕ ਵਿੱਚ ਸਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਕਨੈਕਟਿੰਗ ਰਾਡ ਦੇ ਉੱਪਰ ਵਾਲੇ ਭਾਗ ਨੂੰ ਆਈ ਜਾਂ ਸਮੈਲਡ ਕਹਿੰਦੇ ਹਨ ਅਤੇ ਹੇਠਲੇ ਭਾਗ ਨੂੰ, ਜੋ ਕਿ ਕ੍ਰੈਂਕ ਪਿਨ ਤੇ ਬੰਨ੍ਹਿਆ ਜਾਂਦਾ ਹੈ, ਬਿਗ ਐਂਡ ਕਹਿੰਦੇ ਹਾਂ। ਵਿਚਕਾਰਲਾ ਭਾਗ ਜੋ ਕਿ ਹੈਡ ਤੇ ਆਈ ਨੂੰ ਮਿਲਾਉਂਦਾ ਹੈ, ਉਸ ਨੂੰ ਸ਼ੈਂਕ ਆਖਦੇ ਹਨ। ਸਮਾਲ ਐਂਡ ਦੇ ਅੰਦਰ ਖਾਸ ਫੋਰਸ ਬ੍ਰੌਂਚ ਦੇ ਬੁਸ਼ ਫਿੱਟ ਕੀਤੇ ਹੁੰਦੇ ਹਨ, ਜਦ ਕਿ ਬਿਗ ਐਂਡ ਵਿੱਚ ਪਤਲੇ ਬਾਲ ਬੈਰਿੰਗ ਫਿੱਟ ਕੀਤੇ ਹੁੰਦੇ ਹਨ, ਜਿਨ੍ਹਾਂ ਨੂੰ ਬਿਗ ਐਂਡ ਬੈਰਿੰਗ ਵੀ ਕਹਿੰਦੇ ਹਾਂ। ਕਨੈਕਟਿੰਗ ਰਾਡ ਹੈਡ ਦੇ ਉੱਪਰ ਕੈਪ ਫਿੱਟ ਹੁੰਦੀ ਹੈ ਜੋ ਕਿ ਬੋਲਟਸ ਨਾਲ ਟਾਈਟ ਕੀਤੀ ਜਾਂਦੀ ਹੈ। ਤੇ ਪਿਸਟਨ ਇੰਜਣ ਦਾ ਮੁੱਖ ਭਾਗ ਹੈ ਜਿਸ ਦੇ ਉੱਪਰ ਪਾਵਰ ਸਟ੍ਰੋਕ ਵਿੱਚ ਜਿਹੜੀਆਂ ਗੈਸਾਂ ਨੂੰ ਕਾਫੀ ਪ੍ਰੈਸ਼ਰ ਤੇ ਦਬਾਅ ਪਾਉਂਦੀਆਂ ਹਨ, ਜਿਸ ਨਾਲ ਪਿਸਟਨ ਹੇਠਾਂ ਚੱਲਦਾ ਹੈ ਅਤੇ ਕ੍ਰੈਂਕ ਸ਼ਾਫਟ ਦੇ ਦੁਆਰਾ ਰੋਟਰੀ ਮੋਸ਼ਨ ਮਿਲਦੀ ਹੈ। ਇਸ ਲਈ ਪਿਸਟਨ ਕਾਫੀ ਮਜ਼ਬੂਤ ਬਣਾਏ ਜਾਂਦੇ ਹਨ ਤਾਂ ਕਿ ਪਾਵਰ ਸਟ੍ਰੋਕ ਵਿੱਚ ਪੈਣ ਵਾਲੀ ਥਰਸਟ ਨੂੰ ਸਹਿਣ ਕਰ ਸਕਣ ਤੇ ਨਾਲ ਹੀ ਇਹ ਹਲਕੇ ਹੋਣੇ ਚਾਹੀਦੇ ਹਨ ਕਿਉਂਕਿ ਜਦੋਂ ਪਿਸਟਨ ਟਾਪ ਡੈਡ ਸੈਂਟਰ ਅਤੇ BDC ਤੇ ਪਹੁੰਚਦਾ ਹੈ ਤਾਂ ਇਸ ਨੂੰ ਬਿਲਕੁਲ ਰੋਕ ਕੇ ਡਾਇਰੈਕਸ਼ਨ ਵਿੱਚ ਚੱਲਣਾ ਹੁੰਦਾ ਹੈ।
ਤਾਂ ਕਿ ਉਸ ਨੂੰ ਕਾਫੀ ਸ਼ਕਤੀ ਖਰਚ ਕਰਨੀ ਪੈਂਦੀ ਹੈ। ਪਿਸਟਨ ਦੇ ਭਾਗ ਹੈਡ, ਸਕਰਟ, ਰਿੰਗ ਗਰੂਵ, ਰਿੰਗ ਲੈਂਡ ਤੇ ਗਜਨ ਪਿਨ। ਸਿਲੰਡਰ ਹੈਡ ਉੱਪਰ ਵਾਲਾ ਭਾਗ, ਇੱਥੇ ਕੰਬਸਸ਼ਨ ਗੈਸਾਂ ਦਬਾਅ ਪਾਉਂਦੀਆਂ ਹਨ। ਇਹ 4 ਪ੍ਰਕਾਰ ਦੇ ਹੁੰਦੇ ਹਨ: ਕਨਕੇਵ ਹੈਡ, ਟ੍ਰਾਇੰਗੂਲਰ ਹੈਡ, ਫਲੈਟ ਹੈਡ ਤੇ ਡੋਮ ਹੈਡ। ਅੱਗੇ ਪਿਸਟਨ ਰਿੰਗ। ਪਿਸਟਨ ਰਿੰਗ 2 ਪ੍ਰਕਾਰ ਦੇ ਹੁੰਦੇ ਹਨ: ਕੰਪਰੈਸ਼ਨ ਰਿੰਗ ਤੇ ਐਲ ਰਿੰਗ। ਕੰਪਰੈਸ਼ਨ ਰਿੰਗ ਕੰਪਰੈਸ਼ਨ ਸਟ੍ਰੋਕ ਅਤੇ ਪਾਵਰ ਸਟ੍ਰੋਕ ਦੇ ਅੰਦਰ ਗੈਸਾਂ ਲੀਕ ਨਹੀਂ ਹੋਣ ਦਿੰਦੇ ਅਤੇ ਐਗਜ਼ਾਸਟ ਸਟ੍ਰੋਕ ਦੇ ਅੰਦਰ ਸਿਲੰਡਰ ਨੂੰ ਸੀਲ ਕੀਤੇ ਹੋਏ ਐਗਜ਼ਾਸਟ ਗੈਸਾਂ ਨੂੰ ਬਾਹਰ ਧੱਕ ਦਿੰਦੇ ਹਨ। ਜੇ ਇਹ ਢਿੱਲੇ ਪੈ ਜਾਣ ਤਾਂ ਕੰਪਰੈਸ਼ਨ ਅਤੇ ਪਾਵਰ ਸਟ੍ਰੋਕ ਵਿੱਚ ਏਅਰ ਫਿਊਲ ਮਿਕਸਚਰ ਅਤੇ ਐਗਜ਼ਾਸਟ ਸਟ੍ਰੋਕ ਵਿੱਚ ਗੈਸਾਂ ਸੰਪ ਵਿੱਚ ਲੀਕ ਕਰ ਜਾਣਗੀਆਂ। ਅੱਗੇ ਐਲ ਰਿੰਗ। ਇਸ ਦਾ ਅਸਲੀ ਕੰਮ ਸਿਲੰਡਰ ਬਾਲ ਤੇ ਲੱਗੇ ਤੇਲ ਨੂੰ ਸਕ੍ਰੈਪ ਕਰਕੇ ਰਿੰਗ ਗਰੂਵ ਤੋਂ ਪਿਸਟਨ ਗਰੂਵ ਦੇ ਛੇਕਾਂ ਦੇ ਰਸਤੇ ਫਾਇਲ ਸੰਪ ਵਿੱਚ ਵਾਪਸ ਲੈ ਜਾਂਦੇ ਹਨ। ਗਜਨ ਪਿਨ। ਇਸ ਨੂੰ ਪਿਸਟਨ ਪਿਨ ਵੀ ਆਖਦੇ ਹਨ। ਇਹ ਕਨੈਕਟਿੰਗ ਰਾਡ ਦੇ ਸਮਾਲ ਐਂਡ ਅਤੇ ਪਿਸਟਨ ਨੂੰ ਜੋੜਦੀ ਹੈ। ਇਹ ਸਟੀਲ ਧਾਤ ਦੇ ਬਣੇ ਹੁੰਦੇ ਹਨ ਅਤੇ ਅੰਦਰ ਤੋਂ ਖੋਖਲੇ ਹੁੰਦੇ ਹਨ। ਇਹ 3 ਕਿਸਮ ਦੇ ਹੁੰਦੇ ਹਨ: ਫਿਕਸ ਪਿਨ ਗਜਨ ਪਿਨ, ਸੈਮੀ ਫਲੋਟਿੰਗ ਗਜਨ ਪਿਨ ਤੇ ਫੁੱਲੀ ਫਲੋਟਿੰਗ ਗਜਨ ਪਿਨ। ਅੱਗੇ ਆ ਜਾਂਦੀਆਂ ਫਿਨਸ। ਇੰਜਣ ਨੂੰ ਠੰਡਾ ਰੱਖਣ ਲਈ ਸਿਲੰਡਰ ਬਲਾਕ ਦੇ ਬਾਹਰ ਫਿਨਸ ਬਣਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਕੁਝ ਸਮਾਂ ਹਵਾ ਉਹਦੇ ਨਾਲ ਟਕਰਾ ਕੇ ਇੰਜਣ ਨੂੰ ਠੰਡਾ ਰੱਖ ਸਕੇ। ਇਹ ਇਨਲੈਟ ਵਾਲਵ। ਇਨਲੈਟ ਵਾਲਵ ਦੇ ਰਸਤੇ ਤਾਜ਼ੀ ਹਵਾ ਸਿਲੰਡਰ ਵਿੱਚ ਦਾਖਲ ਹੋ ਜਾਂਦੀ ਹੈ। ਇਹ ਐਗਜ਼ਾਸਟ ਵਾਲਵ। ਐਗਜ਼ਾਸਟ ਵਾਲਵ ਦੇ ਰਸਤੇ ਜਲੀਆਂ ਹੋਈਆਂ ਗੈਸਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਕਿ ਦੂਸਰੀ ਸਟ੍ਰੋਕ ਵਿੱਚ ਤਾਜ਼ੀਆਂ ਗੈਸਾਂ ਆ ਸਕਣ। ਗੈਸਾਂ ਲੈਣ ਕੰਪਰੈਸ਼ਨ ਸਟ੍ਰੋਕ ਵਿੱਚ ਹਵਾ ਕੰਪਰੈਸ ਹੋ ਜਾਂਦੀ ਹੈ ਤਾਂ ਇਹ ਹਵਾ ਗਰਮ ਹੋ ਜਾਂਦੀ ਹੈ ਅਤੇ ਇੰਜੈਕਟਰ ਦੁਆਰਾ ਸਪਰੇਅ ਕੀਤੀ ਜਾਂਦੀ ਹੈ ਅਤੇ ਗੈਸਾਂ ਨੂੰ ਅੱਗ ਲੱਗ ਜਾਂਦੀ ਹੈ। ਇਸ ਤਰ੍ਹਾਂ ਇਹ ਸਿੰਗਲ ਸਿਲੰਡਰ 4 ਸਟ੍ਰੋਕ ਡੀਜ਼ਲ ਇੰਜਣ ਕੰਮ ਕਰਦਾ ਹੈ। ਅੱਗੇ ਵਰਕਿੰਗ 4 ਸਟ੍ਰੋਕ ਡੀਜ਼ਲ ਇੰਜਣ। ਇਹ ਪਿਸਟਨ ਦੀਆਂ 4 ਸਟ੍ਰੋਕਾਂ ਅਤੇ ਕ੍ਰੈਂਕਸ਼ਾਫਟ ਦੇ 1 ਚੱਕਰ ਵਿੱਚ ਪੂਰਾ ਹੁੰਦਾ ਹੈ। ਜਿਵੇਂ ਕਿ ਪਹਿਲੀ ਇਨਟੇਕ ਸਟ੍ਰੋਕ। ਸਕਸ਼ਨ ਸਟ੍ਰੋਕ ਵਿੱਚ ਪਿਸਟਨ TDC ਤੋਂ BDC ਵੱਲ ਜਾਂਦਾ ਹੈ। ਪਿਸਟਨ ਦੇ ਥੱਲੇ ਜਾਣ ਕਰਕੇ ਸਿਲੰਡਰ ਵਿੱਚ ਵੈਕਿਊਮ ਬਣ ਜਾਂਦਾ ਹੈ। ਇਨਲੈਟ ਵਾਲਵ ਖੁੱਲਾ ਹੁੰਦਾ ਹੈ। ਜਦੋਂ ਤੱਕ ਪਿਸਟਨ BDC ਤੱਕ ਪਹੁੰਚਦਾ ਹੈ, ਇਨਲੈਟ ਦੇ ਰਸਤੇ ਸਿਲੰਡਰ ਵਿੱਚ ਤਾਜ਼ੀ ਹਵਾ ਭਰ ਜਾਂਦੀ ਹੈ। ਨੰਬਰ 2 ਕੰਪਰੈਸ਼ਨ ਸਟ੍ਰੋਕ। ਕੰਪਰੈਸ਼ਨ ਸਟ੍ਰੋਕ ਦੇ ਵਿੱਚ ਪਿਸਟਨ BDC ਤੋਂ TDC ਵੱਲ ਚੱਲਣਾ ਸ਼ੁਰੂ ਹੁੰਦਾ ਹੈ। ਉਸ ਸਮੇਂ ਇਨਲੈਟ ਵਾਲਵ ਬੰਦ ਹੋ ਜਾਂਦਾ ਹੈ ਤੇ ਪਿਸਟਨ ਦੇ ਉੱਪਰ ਜਾਣ ਕਾਰਨ ਸਿਲੰਡਰ ਵਿੱਚ ਤਾਜ਼ੀ ਹਵਾ ਕੰਪਰੈਸ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਪਿਸਟਨ TD ਤੇ ਪਹੁੰਚਣ ਵਾਲਾ ਹੁੰਦਾ ਹੈ, ਉਸ ਸਮੇਂ ਹਵਾ ਦੇ ਕੰਪਰੈਸ ਹੋਣ ਦੇ ਕਾਰਨ ਹਵਾ ਦਾ ਤਾਪਮਾਨ 500 ਸੈਂਟੀਡਿਗਰੀ ਤੋਂ 600 ਸੈਂਟੀਡਿਗਰੀ ਤੱਕ ਪਹੁੰਚ ਜਾਂਦਾ ਹੈ। ਉਸ ਸਮੇਂ ਇੰਜੈਕਟਰ ਦੁਆਰਾ ਤੇਲ ਨੂੰ ਇੰਜੈਕਟ ਕੀਤਾ ਜਾਂਦਾ ਹੈ।
ਇਹ ਪਾਵਰ ਸਟ੍ਰੋਕ। ਇਸ ਸਟ੍ਰੋਕ ਵਿੱਚ ਦੋਨੋਂ ਵਾਲਵ ਬੰਦ ਰਹਿੰਦੇ ਹਨ। ਸਿਲੰਡਰ ਵਿੱਚ ਕੰਪਰੈਸ ਹੋਈ ਹਵਾ ਗਰਮ ਹੋਣ ਕਾਰਨ ਇਸਦਾ ਤਾਪਮਾਨ ਜ਼ਿਆਦਾ ਹੋਣ ਤੇ ਇਹਨੂੰ ਇੰਜੈਕਟਰ ਦੁਆਰਾ ਡੀਜ਼ਲ ਸਪਰੇਅ ਕਰਦੇ ਹਾਂ ਅਤੇ ਇਸ ਨੂੰ ਅੱਗ ਲੱਗ ਜਾਂਦੀ ਹੈ। ਅੱਗ ਲੱਗਣ ਦੇ ਨਾਲ ਪ੍ਰੈਸ਼ਰ ਹੋਰ ਵੱਧ ਜਾਂਦਾ ਹੈ, ਜਿਸ ਨਾਲ ਪਿਸਟਨ TDC ਤੋਂ BDC ਵੱਲ ਚੱਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਪਾਵਰ ਸਟ੍ਰੋਕ ਕਹਿੰਦੇ ਹਨ। ਐਗਜ਼ਾਸਟ ਸਟ੍ਰੋਕ। ਐਗਜ਼ਾਸਟ ਸਟ੍ਰੋਕ ਵਿੱਚ ਵਾਲਵ ਪਿਸਟਨ ਦੇ BDC ਤੋਂ ਚੱਲਣ ਤੋਂ ਥੋੜਾ ਪਹਿਲੇ ਪਾਵਰ ਸਟ੍ਰੋਕ ਵਿੱਚ ਖੁੱਲ ਜਾਂਦਾ ਹੈ, ਜਿਸ ਨਾਲ ਐਗਜ਼ਾਸਟ ਗੈਸਾਂ ਦਾ ਦਬਾਅ ਪਿਸਟਨ ਤੇ ਘੱਟ ਹੋ ਜਾਂਦਾ ਹੈ। ਪਿਸਟਨ ਜਦੋਂ BDC ਤੋਂ TDC ਵੱਲ ਚੱਲਦਾ ਹੈ ਤਾਂ ਸਭ ਐਗਜ਼ਾਸਟ ਗੈਸਾਂ ਨੂੰ ਐਗਜ਼ਾਸਟ ਵਾਲਵ ਦੁਆਰਾ ਬਾਹਰ ਕੱਢ ਦਿੰਦਾ ਹੈ। ਇਹਨੂੰ ਐਗਜ਼ਾਸਟ ਸਟ੍ਰੋਕ ਕਹਿੰਦੇ ਹਨ। ਐਗਜ਼ਾਸਟ ਸਟ੍ਰੋਕ ਬੰਦ ਹੋਣ ਤੇ ਸਿਲੰਡਰ ਫਿਰ ਤਾਜ਼ੀਆਂ ਗੈਸਾਂ ਲੈਣ ਲਈ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਕਿਰਿਆ ਚੱਲਦੀ ਰਹਿੰਦੀ ਹੈ। ਸਮਝ ਆਉਂਦੀ ਹੈ ਸਾਰਿਆਂ ਨੂੰ? ਹਾਂਜੀ ਹਾਂਜੀ, ਹਾਂ ਚੱਲੀ ਚਲੋ ਜੀ, ਆ ਰਹੀ ਹੈ ਜੀ। आंदी है सर, आ रही समझ, बोलो तुसी। ਮੈਨੂੰ ਲੱਗਦਾ ਉਹਨਾਂ ਦਾ ਸ਼ਾਇਦ ਨੈਟਵਰਕ ਕੱਟਿਆ ਗਿਆ। ਅੱਜ ਜਿਹੜੀ ਤੁਸੀਂ ਸਲਾਈਡ ਦੇਖ ਰਹੇ ਹੋ ਇਹ ਹੈਗੀ ਹੈ 4 ਸਟ੍ਰੋਕ ਡੀਜ਼ਲ ਇੰਜਨ ਦਾ ਲਾਸਟ ਵਾਲਾ ਸਟ੍ਰੋਕ ਹੈ ਐਗਜ਼ਾਸਟ ਸਟ੍ਰੋਕ, ਜਿਹਦੇ ਵਿੱਚ ਜਿਹੜੀ ਸਮੋਕ ਹੈਗੀ, ਆਵਾਜ਼ ਆ ਰਹੀ ਹੈ ਜੀ? ਹੈਲੋ, ਆ ਰਹੀ ਮਦਨ ਜੀ, ਆ ਰਹੀ ਜੀ, आ रही है सर जी, बिल्कुल आ रही है। ठीक है सर। ਇਹ ਜਿਹੜਾ ਲਾਸਟ ਵਾਲਾ ਸਟ੍ਰੋਕ ਹੈਗਾ ਹੈ, ਇਹਦੇ ਵਿੱਚ ਜਿਹੜਾ ਸਮੋਕ ਹੈਗਾ ਉਹ ਪਿਸਟਨ ਦੇ ਉੱਪਰੋਂ ਦੀ ਹੋ ਕੇ ਐਗਜ਼ਾਸਟ ਵਾਲੋਂ ਖੁੱਲ ਜਾਂਦਾ ਹੈ। ਉਹ ਧੂਆਂ ਜਿਹੜਾ ਸਾਰਾ ਦਾ ਸਾਰਾ ਬਾਹਰ ਨਿਕਲ ਜਾਂਦਾ ਹੈ। ਇਹ ਲਾਸਟ ਵਾਲਾ ਸਟ੍ਰੋਕ ਹੈ। ਜਿਹੜੀਆਂ 3 ਸਟ੍ਰੋਕਾਂ ਨੇ, ਪਹਿਲੀ, ਤੀਜੀ ਔਰ ਚੌਥੀ, ਇਹ ਸਾਰੀਆਂ ਡੈਡ ਸਟ੍ਰੋਕਾਂ ਨੇ। ਪਹਿਲੀ ਜਿਹੜੀ ਇੰਡਕਸ਼ਨ ਸਟ੍ਰੋਕ ਯਾਨੀ ਕਿ ਸਕਸ਼ਨ ਸਟ੍ਰੋਕ, ਇਹ ਵੀ ਡੈਡ ਸਟ੍ਰੋਕ ਹੈ। ਦੂਸਰੀ ਕੰਪਰੈਸ਼ਨ ਸਟ੍ਰੋਕ, ਇਹ ਵੀ ਡੈਡ ਸਟ੍ਰੋਕ ਹੈ, ਮਰੀ ਹੋਈ। ਤੀਸਰੀ ਜਿਹੜੀ ਉਹ ਪਾਵਰ ਸਟ੍ਰੋਕ ਹੈਗੀ ਹੈ। ਚੌਥੀ ਉਹ ਵੀ ਡੈਡ ਸਟ੍ਰੋਕ ਹੈ। ਇਹਨਾਂ ਤਿੰਨੇ ਡੈਡ ਸਟ੍ਰੋਕਾਂ ਨੂੰ ਪੂਰਾ ਕਰਨ ਵਾਸਤੇ ਅਸੀਂ ਲਗਾਉਨੇ ਹਾਂ ਫਲਾਈ ਵੀਲ। ਫਲਾਈ ਮੈਨੇ ਮੱਖੀ, ਵੀਲ ਮੈਨੇ ਉੱਡਣਾ, ਮੱਖੀ ਦੀ ਤਰ੍ਹਾਂ ਉੱਡਣ ਵਾਲਾ ਚੱਕਾ। ਭਾਵੇਂ ਕਿਸੇ ਵੀ ਮਸ਼ੀਨ ਤੇ ਜੇ ਫਲਾਈ ਵੀਲ ਨਾ ਲੱਗਾ ਹੋਵੇ ਤਾਂ ਉਹ ਮਸ਼ੀਨ ਜਿਹੜੀ ਚੱਲ ਨਹੀਂ ਸਕਦੀ। ਭਾਵੇਂ ਉਹ ਪੱਠੇ ਕੁੱਤਣ ਵਾਲੀ ਮਸ਼ੀਨ ਹੋਵੇ, ਭਾਵੇਂ ਉਹ ਸਲਾਈ ਮਸ਼ੀਨ ਹੋਵੇ, ਤੇ ਭਾਵੇਂ ਬੰਦੇ ਦਾ ਤੁਰਨਾ ਹੋਵੇ। ਜੇ ਹੱਥ ਆਪਾਂ ਗਾਂ ਪਿਛੇ ਵੇਟ ਜਿਹੜੇ ਕਾਊਂਟਰ ਵੇਟ ਗਾਂ ਆਪਾਂ ਨਾ ਲਾਵਾਂਗੇ ਤਾਂ ਆਪਾਂ ਤੁਰ ਨਹੀਂ ਹੁੰਦੇਗੇ। ਤਾਂ ਫਲਾਈ ਵੀਲ ਇਹਨਾਂ ਡੈਡ ਸਟ੍ਰੋਕਾਂ ਨੂੰ ਪੂਰਾ ਕਰਦਾ ਹੈ। ਮੇਨ ਕੰਮ ਹੈ ਸੀਗਾ ਪਾਵਰ ਸਟ੍ਰੋਕ ਦਾ। ਨੈਕਸਟ ਸਰ। ਲਾ ਆਫ ਇਨਰਸ਼ੀਆ ਦੇ ਦੁਆਰਾ ਜੀ। ਹਾਂਜੀ ਸਰ। ਹਾਂਜੀ, ਲਾ ਆਫ ਇਨਰਸ਼ੀਆ ਦੇ ਦੁਆਰਾ ਜੀ। ਹਾਂਜੀ ਹਾਂਜੀ, ਇਨਰਸ਼ੀਆ ਜੜਤਾ ਦਾ ਗੁਣ ਹੁੰਦਾ ਹੈ। ਜੜਤਾ ਦਾ ਨਿਯਮ ਜੀ। ਭੁੱਲਦੇ ਆ ਪਿੱਛੇ ਜੀ ਆਪਾਂ ਹੁਣ ਸਾਵਣ ਦੀਆਂ ਤੀਆਂ ਗਈਆਂ, ਜਿਹਦੇ 20 ਕਿਲੋ ਭਾਰ ਹੈ ਉਹਨੂੰ ਝੂਟੇ ਘੱਟ ਆਉਣਗੇ, ਜਿਹਦਾ 80 ਕਿਲੋ weight ਹੈ ਉਹਨੂੰ ਝੂਟੇ ਜ਼ਿਆਦਾ ਆਉਣਗੇ। ਠੀਕ ਹੈ ਸਰ। ਪੈਂਡੂਲਮ ਦਾ ਸਿਧਾਂਤ ਹੈ। ਹਾਂਜੀ ਹਾਂਜੀ, ਚੱਲ ਅੱਗੇ ਨੈਕਸਟ ਸਲਾਈਡ ਸਰ। ਚਲੋ ਜਸਪਾਲ ਸਰ, ਚਲੋ ਜੀ ਕਰੋ ਸ਼ੁਰੂ ਜਸਪਾਲ ਸਰ। ਅਗਲੀ ਸਲਾਈਡ ਕਰੋ ਸਰ। ਹਾਂਜੀ, ਨਾਲ ਬੋਲਦਾ ਉਹਦੇ ਵਿੱਚ ਹੈ ਨਹੀਂ, ਫਿਰ ਮੈਂ ਬੋਲ ਪਿਆ, ਉਹਨੇ ਗੱਲ ਭੁੱਲ ਗਿਆ। ਮੈਂ ਲਾ ਆਫ ਇਨਰਸ਼ੀਆ ਭੁੱਲ ਗਿਆ, ਤੁਸੀਂ ਕਹਿਣਾ ਇਹਦੇ ਪਤਾ ਉਹਦੇ ਨੌਲੇਜ ਹੈ। ਹਾਂਜੀ, ਅੱਗੇ ਹੈ ਜੀ 2 ਸਟ੍ਰੋਕ ਡੀਜ਼ਲ ਇੰਜਨ। ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ 2 ਸਟ੍ਰੋਕ ਪੈਟਰੋਲ ਜਿਹੜੇ ਜੀ ਇੰਜਨ ਸੀਗੇ ਉਹ ਲਗਭਗ ਬੰਦ ਹੋ ਚੁੱਕੇ ਹੈ। ਔਰ ਆਹੀ ਹਾਲ ਜਿਹੜਾ ਡੀਜ਼ਲ ਇੰਜਨ ਦਾ ਹੈ। 2 ਸਟ੍ਰੋਕ ਡੀਜ਼ਲ ਇੰਜਨ ਔਰ ਪੈਟਰੋਲ ਇੰਜਨ, ਇਹਦਾ ਰੀਜ਼ਨ ਇਹ ਬਣਿਆ ਵੀ ਇਹ ਪੋਲੂਸ਼ਨ ਬਹੁਤ ਜ਼ਿਆਦਾ ਪੈਦਾ ਕਰਦੇ ਸੀਗੇ। ਕੱਚਾ ਪੈਟਰੋਲ, ਕੱਚਾ ਡੀਜ਼ਲ ਜਿਹੜਾ ਹੈ ਅਨਬਰਨ, ਮਤਲਬ 50% ਮਾਤਰਾ ਦੇ ਵਿੱਚ ਅਨਬਰਨ ਨਿਕਲ ਜਾਂਦਾ ਸੀਗਾ। ਇਸ ਕਰਕੇ ਇਹਨਾਂ ਨੂੰ ਜਿਹੜਾ ਹਾਈ ਕੋਰਟ ਵੱਲੋਂ ਵੀ ਬੰਦ ਕੀਤਾ ਗਿਆ ਔਰ ਆਪਣੇ ਸਮਾਜ ਵੱਲੋਂ ਵੀ ਔਰ ਲੋਕਾਂ ਵੱਲੋਂ ਵੀ ਇਹਦੀ ਜਿਹੜੀ ਵਰਤੋਂ ਬਹੁਤ ਘਟ ਗਈ ਹੈ। ਮਤਲਬ ਨਾ ਮਾਤਰ ਹੀ ਅੱਜ ਕੱਲ ਤਾਂ ਬਿਲਕੁਲ ਵੀ ਨਹੀਂ ਆ ਰਹੇ। ਪਰ ਮੈਂ ਤੁਹਾਨੂੰ ਇਹਦੀ ਜਾਣਕਾਰੀ ਦੱਸ ਦਿਆਂ ਵੀ ਜਿਹੜਾ 2 ਸਟ੍ਰੋਕ ਡੀਜ਼ਲ ਇੰਜਨ ਔਰ ਪੈਟਰੋਲ ਇੰਜਨ ਦੀ ਜੋ ਵਰਕਿੰਗ ਹੈ
ਇਹਨਾਂ ਦਾ ਜਿਹੜਾ ਕ੍ਰੈਂਕ ਕੇਸ ਹੈ ਉਹ ਸੀਲਡ ਹੁੰਦਾ ਹੈ। ਸੀਲਡ ਦਾ ਭਾਵ ਹੈ 에ਅਰ ਟਾਈਟ ਹੁੰਦਾ ਹੈ, ਓਪਨ ਵਾਯੂਮੰਡਲ 'ਚ ਨਹੀਂ ਹੁੰਦਾ। ਜੇ ਆਪਾਂ ਬਾਕੀ ਗੱਲ ਕਰੀਏ ਫੋਰ ਸਟ੍ਰੋਕ ਦੀ, ਤਾਂ ਉਹਨਾਂ ਦਾ ਜੋ ਕ੍ਰੈਂਕ ਕੇਸ ਹੈਗਾ ਉਹਨਾਂ ਦੇ ਉੱਪਰ ਵਾਯੂਮੰਡਲੀ ਪ੍ਰੈਸ਼ਰ ਹੁੰਦਾ ਹੈ 14.7 PSI, ਪਰ ਇਹਨਾਂ ਦੇ ਉੱਪਰ ਸੀਲਡ ਹੁੰਦਾ ਹੈ, ਕੰਪਰੈਸਡ ਹੁੰਦਾ ਹੈ। ਜੇ ਪੈਟਰੋਲ ਦੀ ਆਪਾਂ ਗੱਲ ਕਰੀਏ, 2 ਸਟ੍ਰੋਕ ਪੈਟਰੋਲ ਇੰਜਨ ਦੀ, ਤਾਂ ਉਹਨਾਂ ਦੇ ਫਿਊਲ ਟੈਂਕ ਦੇ ਵਿੱਚ 5% ਅਲੱਗ ਤੋਂ ਟੂਟੀ ਆਇਲ, ਜਿਹਨੂੰ ਅਸੀਂ ਇੰਜਨ ਆਇਲ ਵੀ ਕਹਿੰਦੇ ਆ, ਅਲੱਗ ਤੋਂ ਆਇਲ ਪਾਉਨੇ ਆ। ਇਹ ਕਈ ਤੁਸੀਂ RX 100 ਦੇਖੇ ਹੋਣੇ, ਬਜਾਜ ਹੋ ਗਿਆ ਜਾਂ ਯਾਮਾ ਦੇ ਹੋ ਗਏ ਜਾਂ ਚੇਤਕ ਹੋ ਗਿਆ, ਤਾਂ ਇਹਨਾਂ 'ਚ ਉਹ ਜਿਹੜਾ ਤੇਲ ਪਾਇਆ ਜਾਂਦਾ ਉਹਦਾ ਇੱਕੋ ਹੀ ਪਰਪਸ ਸੀਗਾ, ਉਸ ਤੇਲ ਦੇ ਰਾਹੀਂ ਉਹਦੇ ਸਾਰੇ ਪਾਰਟਸਾਂ ਨੂੰ ਲੂਬਰੀਕੈਂਟਸ ਕਰਨਾ। ਔਰ ਉਹਨਾਂ ਇੰਜਨਾਂ ਦੇ ਵਿੱਚ ਜੋ ਫਿਊਲ ਵਰਤਿਆ ਜਾਂਦਾ ਸੀ, ਪੈਟਰੋਲ ਜਿਹੜਾ ਸੀਗਾ ਉਹ ਸੀਗਾ ਲੈਡਡ ਪੈਟਰੋਲ। ਲੈਡਡ ਪਤਾ ਸ਼ੀਸ਼ਾ ਵਾਲਾ, ਉਹ ਜਿਹੜਾ ਪੈਟਰੋਲ ਸੀਗਾ ਉਹ ਜਿਹੜੀ ਹੈ ਆਪਣੀ ਜਿਹੜੀ ਕਾਰਬਨ ਮੋਨੋਆਕਸਾਈਡ ਜ਼ਿਆਦਾ ਮਾਤਰਾ 'ਚ ਪੈਦਾ ਕਰਦਾ ਸੀ। ਉਹਦੇ ਨਾਲ ਸਾਡੇ ਵਾਲ ਵੀ ਚਿੱਟੇ ਹੁੰਦੇ ਸੀ, ਅੱਖਾਂ ਵੀ ਹਨੇਰੀਆਂ ਹੁੰਦੀਆਂ ਸੀ, ਵਾਯੂਮੰਡਲ ਦੇ ਉੱਤੇ ਬਹੁਤ ਪ੍ਰਭਾਵ ਮਾੜਾ ਪਾਉਂਦਾ ਸੀਗਾ। ਇਸ ਕਰਕੇ ਹੌਲੀ ਹੌਲੀ ਇਹਨਾਂ ਨੂੰ ਬੰਦ ਕਰਨਾ ਪਿਆ। ਪਰ ਉਹਦੀ ਜਿਹੜੀ ਵਰਕਿੰਗ ਦੀ ਗੱਲ ਕਰੀਏ ਆਪਾਂ, ਤਾਂ ਜਿਵੇਂ ਪਿਸਟਨ ਉਹਦਾ ਥੱਲੇ ਜਾਏਗਾ, ਅੱਗੇ ਸਲਾਈਡ ਹੋਏਗੀ ਅਗਲੀ, ਇਹਦੀ ਨੈਕਸਟ ਸਲਾਈਡ ਦਿਖਾਓ ਸਰ। ਜਿਵੇਂ ਹੀ ਪਿਸਟਨ ਉਹਦਾ ਥੱਲੇ ਨੂੰ ਜਾਏਗਾ TDC ਤੋਂ BDC, TDC ਦਾ ਭਾਵ ਹੈ ਟੌਪ ਡੈਡ ਸੈਂਟਰ, ਉਸ ਤੋਂ ਜਿਵੇਂ ਹੀ ਥੱਲੇ ਨੂੰ ਜਾਏਗਾ ਤਾਂ ਉਸ ਕ੍ਰੈਂਕ ਕੇਸ ਦੇ ਵਿੱਚ ਜਿੰਨਾ ਵੀ ਕੰਪਰੈਸ਼ਨ ਬਣਿਆ ਹੋਇਆ ਹੈ ਉਹ ਸਾਰੇ ਦਾ ਸਾਰਾ ਕੰਪਰੈਸ਼ਨ ਦੇ ਰਾਹੀਂ, ਲਾਈਕ ਐਸ ਜਦੋਂ ਆਪਾਂ ਇੰਜੈਕਸ਼ਨ ਕਰਦੇ ਹਾਂ ਵੈਕਿਊਮ ਦੇ ਰਾਹੀਂ, ਪ੍ਰੈਸ਼ਰ ਦੇ ਰਾਹੀਂ, ਉਹ ਜਿਹੜਾ ਟਰਾਂਸਫਰ ਪੋਰਟ ਹੈਗਾ, ਇੱਕ ਅਲੱਗ ਤੋਂ ਇੱਕ ਪੋਰਟ ਦਿੱਤਾ ਹੋਇਆ ਹੈ ਖੜੇ ਦਾ, ਉਹ ਜਿਹੜਾ ਪੋਰਟ ਹੈ ਉਹਦੇ ਰਾਹੀਂ ਜਿਹੜਾ ਫਿਊਲ ਉੱਪਰ ਨੂੰ ਚਲਾ ਜਾਏਗਾ ਪਿਸਟਨ ਦੇ ਉੱਪਰ। ਪਿਸਟਨ ਇਹਨਾਂ ਦੀ ਜਿਹੜੇ ਪ੍ਰਕਾਰ ਹੁੰਦੀ ਹੈ ਉਹ ਹੁੰਦੀ ਹੈ ਡੋਮ ਟਾਈਪ। ਡੋਮ ਨਹੀਂ ਹੁੰਦਾ ਟਿੱਬਾ, ਕਿੱਲਾ, ਤਸ਼ਤਰੀ ਵਾਂਗੂ। ਜਿਵੇਂ ਆਪਾਂ ਇੱਕ ਪਲੇਟ ਹੁੰਦੀ ਹੈ ਉਹਨੂੰ ਆਪਾਂ ਮੁੱਧਮ ਕਰ ਦਈਏ ਤਾਂ ਉਹ ਡੋਮ ਬਣ ਜਾਂਦੀ ਹੈ। ਜੇ ਮਾਰੂਥਲ ਦੇ ਆਪਾਂ ਗੱਲ ਕਰੀਏ, ਹਨੇਰੀ ਚੱਲਦੀ ਹੈ ਤਾਂ ਉਹ ਹਨੇਰੀ ਜਦੋਂ ਉੱਤੋਂ ਦੀ ਜਾਊਗੀ ਦੂਸਰੇ ਪਾਸੇ ਵੈਬਸ ਬਣ ਜਾਂਦੀਆਂ। ਤਾਂ ਇਹਨਾਂ ਦੀ ਜੋ ਪਿਸਟਨ ਵਰਤਿਆ ਜਾਂਦਾ ਉਹ ਡੋਮ ਟਾਈਪ ਹੁੰਦਾ ਹੈ, ਕਿਉਂਕਿ ਜਿਵੇਂ ਉਹਨੂੰ ਅੱਗ ਲੱਗੀ, ਅੱਗ ਲੱਗਣ ਤੋਂ ਬਾਅਦ ਧੂਏ ਨੂੰ ਕੱਢਣਾ। ਜੇ ਫਲੈਟ ਹੋਊਗਾ ਤਾਂ ਧੂਆਂ ਜਿਹੜਾ ਸਮੋਕ ਹੈ, ਜੋ ਐਗਜ਼ਾਸਟ ਗੈਸਾਂ ਨੇ ਉੱਥੋਂ ਰੁਕ ਜਾਣਗੀਆਂ। ਪਰ ਜੇ ਡੋਮ ਹੋਏਗਾ ਤਾਂ ਸਕੈਵੇਂਜਿੰਗ ਸਿਸਟਮ ਦੇ ਰਾਹੀਂ ਦੂਸਰੇ ਪਾਸੋਂ ਪ੍ਰੈਸ਼ਰ ਪਿਆ, ਨਾਲ ਦੀ ਨਾਲ ਉਹ ਗਾਹਾਂ ਨੂੰ ਨਿਕਲ ਜਾਣਗੀਆਂ। ਤੁਸੀਂ ਦੇਖਿਆ ਹੋਊਗਾ ਕਈ ਵਾਰੀ ਆਪਾਂ ਖੇਤਾਂ 'ਚ ਪਾਣੀ ਲਾਉਨੇ ਆ, ਪਾਣੀ ਲਾਉਣ ਤੋਂ ਬਾਅਦ ਦੂਜੇ ਤੀਜੇ ਤੇ ਜਾਂਦੇ ਆ ਤਾਂ ਖਾਲੇ ਦੇ ਵਿੱਚ ਪਾਣੀ ਜਿੱਥੇ ਜਿੱਥੇ ਲੰਘਿਆ ਉੱਥੇ ਛੋਟੇ ਛੋਟੇ ਵੈਬਸ ਬਣ ਜਾਂਦੇ ਉਹਦੇ ਮਿੱਟੀ ਦੇ, ਅੰਗਰੇਜ਼ੀ 'ਚ C ਵਰਗੇ, D ਵਰਗੇ, Y ਵਰਗੇ। ਉਹ ਜਿਹੜੇ ਆ ਇੱਕ ਤਰ੍ਹਾਂ ਦੇ ਡੋਮ ਹੈ, ਇੱਕ ਦੂਜੇ ਨੂੰ ਪਲਟਦੇ ਹੋ, ਤਾਂ ਉੱਥੇ ਕਾਰਬਨ ਡਿਪੋਜ਼ਿਟ ਨਹੀਂ ਹੁੰਦੀ। ਇਹਦੇ ਉੱਤੇ ਡੋਮ ਟਾਈਪ ਸਿਸਟਮ ਵਰਤਿਆ ਜਾਂਦਾ ਹੈ, ਜਿਹੜਾ ਕਿ ਟਰਾਂਸਪੋਰਟ ਪੋਰਟ ਰਾਹੀਂ ਜਿਹੜਾ ਚਾਰਜ ਆਇਆ ਸੀਗਾ ਉਹ ਬਰਨ ਹੋ ਗਿਆ ਕਦੋਂ? ਪਾਵਰ ਸਟ੍ਰੋਕ ਦੇ ਵਿੱਚ। ਤਾਂ ਪਾਵਰ ਔਰ ਐਗਜ਼ਾਸਟ ਇੱਕੋ ਵਾਰੀ ਹੋ ਗਈ ਇਹਦੀ। ਤਾਂ ਇਹ ਅੱਜ ਕੱਲ ਜਿਹੜੇ ਇੰਜਨ ਜਿਹੜੇ ਆ ਨਾ ਮਾਤਰ ਹੀ ਹੈ, ਵਰਤੇ ਨਹੀਂ ਜਾਂਦੇ। ਇਹਨਾਂ ਦੀ ਪਾਵਰ ਭਾਵੇਂ 4 ਸਟ੍ਰੋਕ ਨਾਲ ਦੁੱਗਣੀ ਹੈ। ਜੇ ਆਪਾਂ ਇੱਕ ਮੋਟਰਸਾਈਕਲ ਤੇ ਸਕੂਟਰ ਨਾਲ ਖੜਾ ਲਈਏ ਤੇ ਆਪਾਂ ਜਦੋਂ ਚਲਾਵਾਂਗੇ ਤਾਂ ਉਹਦੀ ਪਾਵਰ ਜਿਹੜੀ ਹੈ 2 ਸਟ੍ਰੋਕ ਦੀ ਉਹਦੇ ਨਾਲੋਂ ਜ਼ਿਆਦਾ ਹੈ, ਕਿਉਂਕਿ ਉਹਦੇ ਵਿੱਚ ਹਰ ਸਟ੍ਰੋਕ ਦੇ ਵਿੱਚ ਪਾਵਰ ਹੈ। ਔਰ ਜੇ 4 ਸਟ੍ਰੋਕ ਦੀ ਗੱਲ ਕਰੀਏ ਉਹਦੇ 2 ਗੇੜਿਆਂ 'ਚ ਇੱਕ ਪਾਵਰ ਹੈ। ਮਤਲਬ ਉਸ ਪਾਵਰ ਦੇ ਲਿਹਾਜ਼ ਨਾਲ ਵੇਖੀ ਤਾਂ ਚੰਗੇ ਸੀਗੇ। ਜੇ ਸਮੋਕ ਦੇ ਲਿਹਾਜ਼ ਨਾਲ ਗੱਲ ਕਰੀਏ, ਧੂਏ ਦੇ ਲਿਹਾਜ਼ ਨਾਲ ਗੱਲ ਕਰੀਏ, ਪ੍ਰਦੂਸ਼ਣ ਦੇ ਲਿਹਾਜ਼ ਨਾਲ ਗੱਲ ਕਰੀਏ, ਉਹ ਮਾੜੇ ਸੀਗੇ। ਇਸ ਕਰਕੇ ਉਹਨਾਂ ਨੂੰ ਬੰਦ ਕਰਨਾ ਪਿਆ, ਇੱਕ ਮਜਬੂਰੀ ਬਣ ਗਈ। ਔਰ ਖੋਜਾਂ ਵੀ ਨਿਕਲ ਗਈਆਂ ਚੰਗੀਆਂ ਚੰਗੀਆਂ ਇਹਦੇ ਨਾਲੋਂ, ਉਹਦੇ ਵਾਸਤੇ ਵੀ ਇਹ ਜ਼ਰੂਰਤ ਪੈ ਗਈ। ਨੈਕਸਟ ਸਲਾਈਡ ਸਰ, ਅਗਲੀ ਸਲਾਈਡ ਕਰੋ ਸਰ। ਹਾਂ, ਇੱਥੇ ਦੱਸਿਆ ਹੋਇਆ ਹੈ 2 stroke or 2 cycle ਇੰਟਰਨਲ ਕੰਬਸਸ਼ਨ ਇੰਜਨ। ਮਤਲਬ ਜਿਹੜੇ ਆ ਹੈਗੇ ਆ ਇਹਨਾਂ ਦੇ ਵਿੱਚ ਇੱਕੋ ਵਾਰੀ ਜੋ ਪਿਸਟਨ ਥੱਲੇ ਨੂੰ ਆ ਰਿਹਾ ਹੈ ਉਦੋਂ 2 ਕੰਮ ਹੋ ਰਹੇ ਆ, 2 ਸਟ੍ਰੋਕਾਂ ਪੂਰੀਆਂ ਹੋਣੀਆਂ, ਪਾਵਰ ਤੇ ਐਗਜ਼ਾਸਟ। ਜਦੋਂ ਉੱਪਰ ਨੂੰ ਜਾ ਰਿਹਾ ਹੈ ਉਦੋਂ ਵੀ 2 ਸਟ੍ਰੋਕਾਂ ਪੂਰੀਆਂ ਹੋ ਰਹੀਆਂ। ਕਹਿਣ ਦਾ ਭਾਵ ਹੈ ਹਰ ਗੇੜੇ ਦੇ ਵਿੱਚ ਇਹਦੇ ਪਾਵਰ ਹੈਗੀ ਹੈ। ਮਤਲਬ ਇੱਕ ਕ੍ਰੈਂਕ ਕੇਸ ਦਾ ਇੱਕ ਗੇੜਾ ਕੱਟਦੀ ਹੈ ਤੇ ਇੱਕ ਪਾਵਰ ਪੈਦਾ ਹੋ ਜਾਂਦੀ ਹੈ। ਜੇ ਇੱਥੇ ਆਪਾਂ 4 ਸਟ੍ਰੋਕ ਦੀ ਗੱਲ ਕਰੀਏ ਉਹਨੂੰ 2 ਗੇੜੇ ਕੱਟਣੇ ਪੈਂਦੇ ਆ, ਇੱਕ ਗੇੜੇ ਨਾਲ ਉਹਦਾ ਕੁਝ ਨਹੀਂ ਵੱਟਿਆ ਜਾਣਾ। ਇਸ ਕਰਕੇ ਜਿਹੜੇ 2 ਸਟ੍ਰੋਕ ਹੈ ਉਹਨਾਂ ਦੇ ਵਿੱਚ ਪਾਵਰ ਇਹਦੇ ਨਾਲੋਂ ਕਿਤੇ ਵੱਧ ਸੀਗੀ, ਮਤਲਬ ਜਿਹੜੀ ਤਾਕਤ ਸੀਗੀ, ਐਫੀਸ਼ੀਐਂਸੀ ਸੀਗੀ ਉਹ ਵੱਧ ਸੀਗੀ। ਇਹ ਜਿਹੜੇ ਛੋਟੇ ਇੰਜਨਾਂ ਦੇ ਵਰਤੇ ਜਾਂਦੇ ਸੀਗੇ, ਵੱਡਿਆਂ ਦੇ ਵਿੱਚ ਇਹ ਨਹੀਂ ਵਰਤੇ ਗਏ। ਵੱਡਿਆਂ ਦੇ ਵਿੱਚ ਆਪਾਂ ਨੂੰ ਟਾਰਕ ਚਾਹੀਦੀ ਹੈ, ਤਾਂ ਇਹਨਾਂ ਕੋਲ ਟਾਰਕ ਇੰਨੀ ਪ੍ਰੋਪਰ ਆਪਾਂ ਨੂੰ ਨਹੀਂ ਮਿਲ ਪਾਉਂਦੀ ਸੀ। ਤੇ ਜੇ ਮੈਂ ਨੈਕਸਟ ਗੱਲ ਕਰਾਂ, ਜਿਹੜਾ 4 ਸਟ੍ਰੋਕ ਇੰਜਨ ਹੈਗਾ ਇਸ ਟਾਈਮ 99% 4 ਸਟ੍ਰੋਕ ਇੰਜਨ ਵਰਤੇ ਜਾ ਰਹੇ ਹੈ, ਡੀਜ਼ਲ ਇੰਜਨ ਵੀ ਔਰ ਪੈਟਰੋਲ ਇੰਜਨ ਵੀ। 2 ਸਟ੍ਰੋਕ ਜਿਹੜੇ ਆ ਨਾ ਮਾਤਰ ਰਹਿ ਗਏ, ਪੁਰਾਣੇ ਰਹਿ ਗਏ, ਉਹੀ ਹੈ, ਬਾਕੀ ਲਗਭਗ ਖਤਮ ਹੋ ਚੁੱਕੇ ਹੈ। ਔਰ ਹਾਈ ਕੋਰਟ ਨੇ ਵੀ ਇਹਨੂੰ ਬੈਨ ਕਰ ਦਿੱਤਾ ਹੈ। ਔਰ ਇਹਨਾਂ ਦਾ ਫਿਊਲ ਵੀ ਆਪਾਂ ਨੂੰ ਨਹੀਂ ਮਿਲਦਾ ਹੁਣ। ਜੇ
2 ਸਟ੍ਰੋਕ ਪੈਟਰੋਲ ਇੰਜਨ ਦੀ ਗੱਲ ਕਰੀਏ, ਉਹ ਜਿਹੜਾ ਫਿਊਲ ਸੀਗਾ ਉਸ ਟਾਈਮ ਵਾਲਾ ਲੈਡਡ ਪੈਟਰੋਲ, ਇਧਰੋਂ ਸ਼ੋਅ ਸਟਾਰਟ ਹੋ ਗਿਆ ਤਾਂ 3 ਵਜੇ ਤਾਂ ਲੋਕ ਨਾਲੇ ਤਾਂ ਖੜੇ ਹੋਣ ਲੱਗ ਜਾਂਦੇ ਆ ਤੇ ਨਾਲੇ ਬਹਿਣੇ ਸਟਾਰਟ ਹੋ ਜਾਂਦੇ ਆ। ਤਾਂ ਜਿਹੜੇ ਜੇ ਨਹੀਂ ਜਾਣਗੇ ਤਾਂ ਉਹਨਾਂ ਨੂੰ ਤਾਂ ਬਹਾਨਾ ਤਾਂ ਪਊਗਾ। ਤਾਂ ਇਸ ਕਰਕੇ ਜਿਹੜੇ ਪਿੱਛੋਂ ਦੀ ਜਿਹੜੀ ਭੀੜ ਆ ਰਹੀ ਹੈ ਉਹ ਵੀ ਬਦੋ ਬਦੀ ਉਹਨੂੰ ਕੱਢਦੀ ਹੈ, ਇਹਨੂੰ ਸਕੈਵੈਂਜਿੰਗ ਬੋਲਦੇ ਆ। ਨੈਕਸਟ ਆ ਅੱਗੇ ਤੁਸੀਂ ਦੇਖ ਰਹੇ ਹੋ ਕੰਬਸਸ਼ਨ, ਇੱਥੇ ਦੀ ਪ੍ਰੋਪਰ ਬਰਨਿੰਗ ਹੋ ਰਹੀ ਆ। ਇੱਥੇ ਵੀ ਡੋਮ ਟਾਈਪ ਪਿਸਟਨ ਦੇਖ ਰਹੇ ਹੋ, ਪਿਸਟਨ ਦੇ ਰਿੰਗ ਦੇਖ ਰਹੇ ਹੋ, ਪਿਸਟਨ ਉੱਪਰ ਨੂੰ ਜਾ ਰਿਹਾ ਹੈ। ਜਿੱਥੇ ਪਿਸਟਨ ਦੇ ਉੱਪਰ ਐਰੋ ਦਾ ਨਿਸ਼ਾਨ ਬਣਿਆ, ਪਿਸਟਨ ਦੀ ਸਕਰਟ ਆਓ, ਪਿਸਟਨ ਸਕਰਟ ਨਾਲ ਪਿਸਟਨ ਪਿਨ ਦਾ ਹੋਲ ਦਿੱਤਾ ਹੋਇਆ ਹੈ। ਇਸ ਵਾਲੇ ਪੁਆਇੰਟ ਨੂੰ ਆਪਾਂ ਪਿਸਟਨ ਪਿਨ ਬੌਸ ਹੋਲ ਵੀ ਬੋਲਦੇ ਆ। ਰਿਸਟ ਪਿਨ ਦਾ ਮਤਲਬ ਕਲਾਈ, ਕਲਾਈ ਜਿੱਥੇ ਪੇ ਮੁੜਦੀ ਹੈ। ਆਪਾਂ ਜਿਹੜੀ ਘੜੀ ਬੰਨਦੇ ਆ ਨਾ ਗੁੱਟ ਦੇ ਉੱਤੇ, ਤਾਂ ਇਹਨੂੰ ਕਈ ਲੋਕ ਕਹਿ ਦਿੰਦੇ ਆ ਘੜੀ, ਕੱਲੀ ਘੜੀ ਨਹੀਂ ਹੈਗੀ, ਵਾਚ ਕਹਿੰਦੇ, ਵਾਚ ਵੀ ਹੈ ਨਹੀਂ, ਇਹ ਹੁੰਦੀ ਰਿਸਟ ਵਾਚ। ਰਿਸਟ ਮੈਨੇ ਕਲਾਈ ਵਾਲੀ, ਗੁੱਟ ਵਾਲੀ ਘੜੀ। ਤਾਂ ਇੱਥੇ ਵੇਖੋ ਕਨੈਕਟਿੰਗ ਰਾਡ ਪਿਸਟਨ ਦੇ ਉੱਤੋਂ ਇਸ ਤਰ੍ਹਾਂ ਆਪਣੇ ਗੁੱਟ ਵਾਂਗੂ ਹੈ ਫਲੈਕਸੀਬਲ ਹੁੰਦੀ ਹੈ, ਲੈਫਟ ਰਾਈਟ ਮੂਵਮੈਂਟ ਕਰਦੀ ਹੈ। ਤਾਂ ਇਹਦਾ ਨਾਮ ਰਿਸਟ ਪਿਨ ਵੀ ਹੈ, ਗਜ਼ਨ ਪਿਨ ਵੀ ਹੈ, ਪਿਸਟਨ ਪਿਨ ਵੀ ਹੈ। ਇਹਦੇ 3 ਨਾਮ ਨੇ। ਉਸ ਤੋਂ ਉੱਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਪਿਸਟਨ ਦੇ ਵਿਚਕਾਰ 2-3 ਤੁਹਾਨੂੰ ਬਲੈਕ ਲਾਈਨਾਂ ਨਜ਼ਰ ਆ ਰਹੀਆਂ, ਉਹਨਾਂ ਦਾ ਨਾਮ ਹੈ ਰਿੰਗ ਲੈਂਡ। ਲੈਂਡ ਮੈਨੇ ਹੁੰਦੀ ਭੋਏ ਜ਼ਮੀਨ ਧਰਤੀ, ਰਿੰਗਾਂ ਵਾਲੀ ਜਗ੍ਹਾ, ਮਤਲਬ 2 ਰਿੰਗਾਂ ਦੇ ਵਿਚਕਾਰਲੀ ਜਗ੍ਹਾ ਰਿੰਗ ਲੈਂਡ, ਰਿੰਗਾਂ ਦੀ ਭੋਏ ਜਾਂ ਧਰਤੀ ਜਾਂ ਜ਼ਮੀਨ ਜਾਂ ਪੈਲੀ, ਉਹਦੀ ਥਾਂ। ਉਸ ਤੋਂ ਉੱਪਰ ਜਿਹੜਾ ਉੱਪਰ ਬਚ ਗਿਆ ਉਹਦਾ ਨਾਮ ਹੈਗਾ ਹੀਟ ਡੋਮ। ਉਹਦਾ ਨਾਮ ਕੀ ਹੈਗਾ? ਹੀਟ ਡੋਮ। ਉੱਥੋਂ ਪਿਸਟਨ ਆਪਣੀ ਗਰਮੀ ਕੱਢਦਾ ਹੈ। ਮਨੁੱਖ ਨੂੰ ਜੇ ਠੰਡ ਲੱਗ ਜੇ ਤਾਂ ਉਹਦੇ ਕੰਨਾਂ ਨੂੰ ਗਰਮੀ ਨਿਕਲਦੀ ਹੈ, ਜਾਂ ਠੰਡ ਲੱਗਣੀ, ਜਾਂ ਤਲੀਆਂ ਮੱਚਣਗੀਆਂ, ਸਿਰ ਮੱਚੂਗਾ। ਆਹੀ ਗੱਲ ਹੈ, ਇੰਜਣ ਹੈ ਜਾਂ ਪਿਸਟਨ ਹੈ ਜਾਂ ਕਨੈਕਟਿੰਗ ਹੈ, ਉਹਦੇ ਸਿਰੇ ਜੋ ਟੀਸੀ ਹੈ ਉੱਥੋਂ ਦੀ ਜਾ ਕੇ ਜਿਹੜੀ ਹੈ ਗਰਮੀ ਨਿਕਲਣੀ ਹੈ। ਉਹ ਬਿਲਕੁਲ ਸਲੀਵ ਦੇ ਨਾਲ ਲੱਗੀ ਹੈ। ਉਹ ਸਲੀਵ ਆਸੇ ਪਾਸੇ ਫਿਨਸ ਦੇ ਨਾਲ ਜੁੜੀ ਹੈ। ਜਿਹੜੀ ਫਿਨਸ ਆਸੇ ਪਾਸੇ ਦੇਖ ਰਹੇ ਹੋ, ਕਿ ਕਿਸੇ ਸਕੂਟਰ ਦਾ, ਜਾਂ ਆਪਾਂ ਆਸ਼ਾ ਟਰੈਕਟਰ ਦੀ ਗੱਲ ਕਰੀਏ, ਜਾਂ ਆਪਾਂ ਕਰਲੋਸਕਰ ਟਰੈਕਟਰ ਦੀ ਗੱਲ ਕਰੀਏ, ਜਾਂ ਆਪਾਂ ਕਿਸੇ 에ਅਰ ਕੂਲਡ ਜਨਰੇਟਰ ਦੀ ਗੱਲ ਕਰੀਏ, ਤੇ ਉਹਨਾਂ ਦੀ ਡਾਇਗਰਾਮ 'ਚ ਦੇਖੋਗੇ ਤਾਂ ਫਿਨਸ ਹੁੰਦੀ ਹੈ। ਇਹ ਫਿਨਸ ਜਿਹੜੀ ਹੈ ਦੇਗੀ ਲੋਹੇ ਦੀ ਹੋ ਸਕਦੀ ਹੈ, ਕਾਰਬਨ ਸਟੀਲ ਦੀ, ਇਹ ਐਲੂਮੀਨੀਅਮ ਦੀ ਹੋ ਸਕਦੀ ਹੈ, ਔਰ ਜੇ ਬਹੁਤ ਚੰਗੀ ਆਪਾਂ ਕਰੀਏ ਤਾਂ ਇਹ ਹੋਣੀ ਚਾਹੀਦੀ ਹੈ ਕਾਪਰ ਦੀ। ਕਾਪਰ ਜਿਹੜਾ ਬਹੁਤ ਠੰਡਕ ਔਰ ਗਰਮੀ ਦਾ ਸੁਚਾਲਕ ਹੈਗਾ, ਇਹ ਬਹੁਤ ਜਲਦੀ ਗਰਮੀ ਨੂੰ ਫੜਦਾ, ਬਹੁਤ ਜਲਦੀ ਛੱਡਦਾ। ਏਸੀ ਦੀਆਂ ਪਾਈਪਾਂ ਸਾਰੀਆਂ, ਰੇਡੀਏਟਰ ਸਾਰੇ ਐਲੂਮੀਨੀਅਮ ਔਰ ਕਾਪਰ ਦੇ ਬਣੇ ਹੁੰਦੇ ਆ। ਤਾਂ ਇਹ ਜਿਹੜੀ ਫਿਨਸ ਹੈ ਇਹ ਉਹਨੂੰ ਠੰਡਾ ਕਰਦੀ ਹੈ। ਤਾਂ 2 ਸਟ੍ਰੋਕ ਇੰਜਨ ਬਹੁਤ ਜ਼ਿਆਦਾ ਗਰਮ ਚੱਲਦੇ ਨੇ। ਇਹਦੀ ਗਰਮੀ ਕੱਢਣ ਵਾਸਤੇ ਫਿਨਸ ਦਿੱਤੀ ਹੈ। ਫਿਨਸ ਦੇ ਉੱਤੇ ਹਵਾ ਵੱਜਦੀ ਹੈ। ਹਵਾ ਦੀ ਜੋ ਵੈਲੋਸਿਟੀ ਹੈ ਉਹਨੂੰ ਰੋਕਣ ਦੇ ਵਾਸਤੇ ਵਿੱਚ ਇਹਦੇ 'ਚ ਕੁਝ ਵੈਬਸ ਲਾਉਣੇ ਆ, ਪਲਾਸਟਿਕ ਦੇ ਛੋਟੇ ਛੋਟੇ ਗੋਮਟ ਹੁੰਦੇ ਆ, 1 ਇੰਚ ਦੇ, 2 ਇੰਚ ਦੇ। ਉਹ ਹਵਾ ਦੀ ਡਾਇਰੈਕਸ਼ਨ ਨੂੰ ਚੇਂਜ ਕਰਦੇ ਆ। ਜਿਵੇਂ ITI ਦੀ ਬਿਲਡਿੰਗਾਂ ਦੇ ਵਿੱਚ ਕਈ ਜੰਗਲੇ ਬਣੇ ਹੁੰਦੇ ਆ, ਜਾਂ ਅੱਜ ਕੱਲ ਨਵੇਂ ਆਰਕੀਟੈਕਟ ਜਿਹੜੀ ਤੁਹਾਡੀ ਰਸੋਈ ਹੈ ਉਹਦਾ ਜੰਗਲ ਆ, ਉਹਦੀ ਕੋਰਨਰ ਬਾਹਰ ਨੂੰ ਕੱਢ ਕੇ ਦੇਣਗੇ ਵੀ ਨਾਲੇ ਤਾਂ ਆਉਂਦਾ ਜਾਂਦਾ ਵੇਖੇ ਵੀ ਘਰੇ ਆਇਆ ਕੌਣ ਹੈ, ਨਾਲੇ ਹਵਾ ਸਿੱਧੀ ਵੜ ਜਾਂਦੀ ਹੈ। ਤਾਂ ਇਹ ਫਿਨਸ ਦੇ ਵਿੱਚ ਹਵਾ ਦੀ ਜੋ ਟੱਕਰ ਲੱਗੂਗੀ ਉਹ ਸਾਰੀ ਫਿਨਸ ਠੰਡੀ ਹੋ ਜਾਊਗੀ। ਤਾਂ ਇਹ ਜ਼ਿਆਦਾਤਰ 에ਅਰ ਕੂਲਡ ਇੰਜਨ ਹੁੰਦੇ ਆ ਜਿਹੜੇ 2 ਸਟ੍ਰੋਕ ਆ, ਚਾਹੇ ਉਹ ਪੈਟਰੋਲ ਇੰਜਨ ਹੋਵੇ ਤੇ ਚਾਹੇ ਉਹ ਡੀਜ਼ਲ ਇੰਜਨ ਹੋਵੇ। ਨੈਕਸਟ ਸਲਾਈਡ ਹੈ। ਆ ਦਿਖਾਇਆ ਹੋਇਆ ਮੇਨ ਤੁਹਾਨੂੰ ਟਰਾਂਸਫਰ ਪੋਰਟ। ਕ੍ਰੈਂਕ ਕੇਸ ਦੇ ਵਿੱਚੋਂ ਟਰਾਂਸਫਰ ਪੋਰਟ ਜਿਹੜਾ ਜਾ ਰਿਹਾ ਹੈ ਉਹ ਰਸਤਾ ਹੈ, ਉਹ ਜਗ੍ਹਾ ਹੈ। ਜੇ ਆਪਾਂ ਗੱਲ ਕਰੀਏ ਮੈਂ 4 ਸਟ੍ਰੋਕ ਦੀ, ਤਾਂ ਉਹਨਾਂ ਦੇ ਵਿੱਚ ਇਹੋ ਜਿਹਾ ਪੋਰਟ ਨਹੀਂ ਹੁੰਦਾ। ਉਹ 14.7 PSI ਵਾਯੂਮੰਡਲੀ ਪ੍ਰੈਸ਼ਰ ਦੇ ਉੱਪਰ ਖੁੱਲਾ ਹੁੰਦੀ ਹੈ, ਔਰ ਉਹਨਾਂ ਦੇ ਉੱਪਰ ਸਲੱਜ ਫਾਰਮੇਸ਼ਨ ਹੋ ਜਾਂਦੀ ਹੈ। ਉਹਨਾਂ ਨੂੰ ਸਾਹ ਲੈਣ ਵਾਸਤੇ ਅਸੀਂ ਇੱਕ ਪਾਈਪ ਦਿੰਦੇ ਹਾਂ, ਕਈ ਉਹਨੂੰ ਬਲੋਵਾਈ ਪਾਈਪ ਬੋਲਦੇ ਆ, ਕੋਈ ਉਹਨੂੰ ਬਰੀਦਰ ਪਾਈਪ ਬੋਲਦੇ ਆ। ਪਰ ਐਡਵਾਂਸ ਟੈਕਨੋਲੋਜੀ 'ਚ ਉੱਤੇ ਲਾਤਾ PC ਵਾਲ, ਪੋਜ਼ਿਟਿਵ ਕ੍ਰੈਂਕਿਸ ਵੈਂਟੀਲੇਸ਼ਨ ਵਾਲ, ਮਤਲਬ ਉਹ ਜਿਹੜੀਆਂ ਗੈਸਾਂ ਹੈ ਉਹਨਾਂ ਨੂੰ ਰੀਬਰਨ ਕੀਤਾ ਜਾਵੇ। ਪਰ ਇੱਥੇ ਜੇ 2 ਸਟ੍ਰੋਕ ਦੀ ਗੱਲ ਕਰੀਏ ਤੇ ਇੱਥੇ ਕਲੋਜ਼ ਸਿਸਟਮ ਹੈਗਾ। ਕਲੋਜ਼ ਦਾ ਭਾਵ ਹੈ ਇੱਥੇ ਬਿਲਕੁਲ 에ਅਰ ਟਾਈਟ ਹੈ, ਇਹਦੇ ਵਿੱਚੋਂ ਕੋਈ ਗੈਸ ਬਾਹਰ ਨਹੀਂ ਆਣੀ, ਕੋਈ ਸਲੱਜ ਫਾਰਮੇਸ਼ਨ ਨਹੀਂ ਬਣਨੀ। ਇਹਦੇ ਵਿੱਚ ਬਲੈਕ ਰੰਗ ਦੀ ਜੇ ਜੰਮੂਗੀ ਤਾਂ ਕਾਰਬਨ ਜੰਮੂਗੀ, ਉਹ ਵੀ ਜਿਵੇਂ ਤੁਸੀਂ ਕਿਸੇ ਗੱਡੀ ਦੇ ਵਿੱਚ ਨਿਊਲੋਨ ਪਾ ਦਿੰਦੇ ਹੋ। ਨਿਊਲੋਨ ਤੋਂ ਭਾਵ ਹੈ ਜੇ ਤੁਸੀਂ ਕਾਰਾਂ ਆਪਣੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੋਂ ਮੋਟਰ ਵਾਈਂਡ ਕਰਾਉਣ ਜਾਂਦੇ ਹੋ, ਮੋਟਰ ਵਾਈਂਡ ਕਰਾਉਣ ਤੋਂ ਬਾਅਦ ਉੱਪਰ ਇੱਕੋ ਤੇਲ ਜਾਂ ਛੱਡਦੇ ਆ, ਉਹ ਤੇਲ ਨਹੀਂ ਹੁੰਦਾ, ਉਹ ਐਕਚੁਅਲ ਦੇ ਵਿੱਚ ਵਾਰਨਿਸ਼ ਹੁੰਦੀ। ਵਾਰਨਿਸ਼ ਇੱਕ ਲਿਕੁਇਡ ਹੈਗਾ, ਇੱਕ ਤਰ੍ਹਾਂ ਦੀ ਉਹ ਕੋਟਿੰਗ ਹੈਗੀ ਹੈ, ਐਂਟੀ ਕੋਟਿੰਗ ਹੈਗੀ ਹੈ, ਜਿਹੜੀ ਕਰੰਟ ਨੂੰ ਬਾਹਰ ਨਹੀਂ ਨਿਕਲ ਦਿੰਦੀ। ਤਾਂ ਉਹੋ ਜੀ ਕੋਟਿੰਗ ਦੀ ਜਿਹੜੀ ਤਹਿ ਹੈ ਉਸ ਇੰਜਨ ਦੇ ਵਿੱਚ ਸਾਰੇ ਪਾਸੇ ਜੰਮ ਜਾਂਦੀ ਹੈ, ਔਰ ਕਾਫੀ ਲੰਮੇ ਸਮੇਂ ਬਾਅਦ
ਜਦੋਂ ਮਕੈਨਿਕ ਨੂੰ ਥਿਨਰ ਨਾਲ, ਪੈਟਰੋਲ ਨਾਲ, ਡੀਜ਼ਲ ਨਾਲ ਜਾਂ ਵਾਸ਼ਿੰਗ ਵਾਲੇ ਨਾਲ ਜਾਂ ਰੇਗਮਾ ਨਾਲ ਧੋ ਦਿੰਦੇ ਹੈ ਤਾਂ ਉਹ ਮੋਟਰਸਾਈਕਲ, ਸਕੂਟਰ, ਕਾਰ, ਜੀਪ, ਆਟੋ ਜਿਹੜਾ ਹੈਗਾ ਉਹ ਤੁਹਾਡਾ ਦੁਬਾਰਾ ਜਿਹੜਾ ਹੈ ਪ੍ਰੋਪਰ ਸਟਾਰਟ ਨਹੀਂ ਹੋਊਗਾ, ਪ੍ਰੋਪਰ ਉਹਦਾ ਟਰਾਂਸਫਰ ਪੋਰਟ ਕੰਮ ਨਹੀਂ ਕਰੇਗਾ ਕਿ ਉਹ ਚ ਗੈਪ ਆ ਗਿਆ। ਜਦੋਂ ਤੁਸੀਂ ਫਿਲਰ ਗੇਜ ਨਾਲ ਚੈੱਕ ਕਰੋਗੇ ਤਾਂ ਉਹ ਚ ਸੰਨ ਆ ਗਿਆ, ਉਹਦੇ ਵਿੱਚ ਕੀੜੀ ਜਿੰਨੀ ਵੀ ਜਗ੍ਹਾ ਆ ਗਈ, ਵਾਲ ਜਿੰਨੀ ਵੀ ਜਗ੍ਹਾ ਆ ਗਈ ਤਾਂ ਉਹ ਮਾੜੀ ਹੈ। ਤਾਂ ਇਸ ਕਰਕੇ ਜਦੋਂ ਮਕੈਨਿਕ ਜਿਹੜੇ ਕੋਈ ਸਾਥੀ ਇਹੋ ਜਿਹੀਆਂ ਗੱਲਾਂ ਪਹੁੰਚਦੀਆਂ ਤੁਹਾਡੇ ਕੋਲ ਟੂ ਸਟ੍ਰੋਕ, ਤਾਂ ਉਹਨੂੰ ਚੰਗੀ ਤਰ੍ਹਾਂ ਨਹੀਂ ਧੋਣਾ ਚਾਹੀਦਾ। ਮਤਲਬ ਉਹ ਮੋਟਾ ਧੋ ਦਿਓ, ਜੇ ਉਹਦੀ ਕਾਰਬਨ ਖੁਰਚਣ ਲੱਗ ਗਏ ਤਾਂ ਉਹਦਾ ਵਜੂਦ ਬਣ ਚੁੱਕਿਆ ਹੈ, ਉਹਦੀ ਕਾਰਬਨ ਨੂੰ ਨਹੀਂ ਖੁਰਚਣਾ। ਜਦੋਂ ਕਾਰਬਨ ਖੁਰਚਦੀ ਤਾਂ ਤੁਹਾਡਾ ਇੰਜਨ ਖਤਮ, ਉਹ ਤੁਹਾਡਾ ਵਾਈਟ ਸਮੋਕ ਦੇਗਾ। ਤੁਸੀਂ ਵੇਖਿਆ ਹੋਊਗਾ ਬਜਾਜ ਦੇ ਤੱਕ ਵੈਸਪਾ ਜਿੰਨੇ ਵੀ ਹੈ ਜਦੋਂ ਸਟਾਰਟ ਕਰਕੇ ਆ ਮੰਡੀਰ ਲੈ ਕੇ ਜਾਂਦੀ ਹੈ ਜਾਂ ਬੰਸਰੀ ਕਢਾਈ ਹੁੰਦੀ ਹੈ ਤਾਂ ਚਿੱਟੇ ਰੰਗ ਦਾ ਸਮੋਕ ਕਰਦਾ ਬਹੁਤ ਉੱਚੀ ਆਵਾਜ਼ ਦੇ ਵਿੱਚ, ਤੇ ਪਿੱਛੋਂ ਨਾਲ ਭਰੀ ਹੁੰਦੀ ਹੈ, ਵਿੱਚ ਸਮੈਲ ਆਉਂਦੀ ਹੁੰਦੀ ਪੈਟਰੋਲ ਦੀ। ਕਈ ਵਾਰ ਤਾਂ ਪੈਟਰੋਲ ਦੀਆਂ ਬੂੰਦਾਂ ਵੀ ਆਉਂਦੀਆਂ। ਸਵੇਰੇ ਸਕੂਟਰ ਸਟਾਰਟ ਕਰੀ ਟੇਢਾ ਕਰਕੇ ਕਰਦੇ ਆ, 2-3 ਗ੍ਰਾਮ ਪੈਟਰੋਲ ਪਿੱਛੇ ਚਲਾ ਵੀ ਜਾਂਦਾ ਹੈ। ਤਾਂ ਇਹ ਉਸ ਦੀਆਂ ਨਿਸ਼ਾਨੀਆਂ ਨੇ, ਉਹ ਜਗ੍ਹਾ ਨੇ ਜਿੱਥੋਂ ਦੀ ਉਹ ਪੈਟਰੋਲ ਜਾਂਦਾ। ਇਹ ਸੀਗਾ ਟਰਾਂਸਫਰ ਪੋਰਟ, ਮਤਲਬ ਇਹ ਬਦਲੀ ਵਾਲਾ ਪੋਰਟ। ਆਪਾਂ ਕਹਿੰਦੇ ਮੇਰੀ ਬਦਲੀ ਫਿਰੋਜ਼ਪੁਰ ਹੋ ਗਈ, ਤਾਂ ਇਸ ਪੈਟਰੋਲ ਦੀ ਜਿਹੜੀ ਬਦਲੀ ਹੈ ਕ੍ਰੈਂਕ ਕੇਸ ਤੋਂ ਪਿਸਟਨ ਦੇ ਡੋਮ ਉੱਪਰ ਚਲੀ ਗਈ। ਉਹ ਟਰਾਂਸਪੋਰਟ ਦੀ ਪਾਲਿਸੀ ਹੈ, ਇਹ ਉਹ ਪद्धਤੀ ਹੈ ਜਿੱਥੋਂ ਦੀ ਉਹ ਜਾ ਰਿਹਾ, ਇਹ ਉਹ ਜਗ੍ਹਾ ਹੈ। ਅੱਗੇ ਸਭ next slide है sir, advantage and disadvantage two stroke and petrol stroke। ਪੈਟਰੋਲ ਤੇ ਡੀਜ਼ਲ ਟੂ ਸਟ੍ਰੋਕ ਐਂਡ 4 ਸਟ੍ਰੋਕ ਦੇ ਵਿੱਚ ਐਡਵਾਂਟੇਜ ਡਿਸਐਡਵਾਂਟੇਜ ਮੇਰੇ ਹਿਸਾਬ ਨਾਲ ਤਾਂ ਲਗਭਗ ਸਾਰਿਆਂ ਨੂੰ 90% ਲੋਕਾਂ ਨੂੰ ਪਤਾ ਹੈਗਾ, ਪਰ ਮੈਂ ਤੁਹਾਨੂੰ ਇੱਥੇ ਐਕਸਪਲੇਨ ਕਰ ਦਿਆਂ ਐਡਵਾਂਟੇਜ ਕੀ ਨੇ। ਇੱਥੇ ਲਿਖ ਕੇ ਦੱਸ ਰਿਹਾ ਉਹ, ਪਰ ਮੈਂ ਆਪਣੀ ਜਿਹੜਾ ਤਜਰਬੇ ਆ ਉਹ ਤੁਹਾਨੂੰ ਸ਼ੇਅਰ ਕਰ ਰਿਹਾ। ਜਿਹੜੇ ਟੂ ਸਟ੍ਰੋਕ ਦੇ ਐਡਵਾਂਟੇਜ ਨੇ ਉਹ ਇੱਕ ਤਾਂ ਇਹ ਹੈ ਵੀ ਉਹ ਸਸਤਾ ਮਿਲ ਜਾਂਦਾ ਆਪਾਂ ਨੂੰ। ਟੂ ਸਟ੍ਰੋਕ ਦੇ ਐਡਵਾਂਟੇਜ ਉਹਦੇ ਪੈਟਰੋਲ ਦੀ ਜਿਹੜੀ ਉਹਦੀ ਖਪਤ ਜਿਹੜੀ ਹੈਗੀ ਹੈ ਉਹ 4 ਸਟ੍ਰੋਕ ਨਾਲੋਂ ਜ਼ਿਆਦਾ ਹੈ, ਉਹ ਉਹਦੇ ਡਿਸਐਡਵਾਂਟੇਜ ਹੈ। ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਾਉਂਦਾ, ਉਹਦਾ ਡਿਸਐਡਵਾਂਟੇਜ ਹੈ। ਭੱਜਦਾ ਬਹੁਤ ਜਲਦੀ ਹੈ, ਉਹਦਾ ਐਡਵਾਂਟੇਜ ਹੈ। ਰੇਡੀਏਟਰ ਉਹ ਚਲਾਉਂਦੇ ਨਹੀਂ, ਇਸ ਕਰਕੇ ਉਹ ਲੀਕੇਜ ਨਹੀਂ ਹੁੰਦਾ, ਉਹਦਾ ਐਡਵਾਂਟੇਜ ਹੈ। ਉਹਨੂੰ ਆਪਾਂ ਨੂੰ ਰੱਖ ਰਖਾਵ ਨਹੀਂ ਕਰਨਾ ਪੈਂਦਾ, ਉਹਦਾ ਐਡਵਾਂਟੇਜ ਹੈ। ਉਹ ਜੇ ਜ਼ਿਆਦਾ ਲੰਮਾ ਚਲਾ ਲਈਏ, ਦਿੱਲੀ ਤੱਕ ਸਕੂਟਰ ਲੈ ਜੇ ਸੀਜ਼ ਹੋ ਜਾਊਗਾ, ਉਹਦਾ ਡਿਸਐਡਵਾਂਟੇਜ ਹੈ। ਆਪਾਂ ਨੂੰ ਟੂਟੀ ਆਇਲ ਜਾਂ ਲੈਡਡ ਪੈਟਰੋਲ ਨਾ ਮਿਲਿਆ ਤਾਂ ਉਹਦਾ ਡਿਸਐਡਵਾਂਟੇਜ ਹੈ। ਔਰ ਜੇ ਆਪਾਂ ਉਹਨੂੰ ਇਹ ਕਹਿ ਲਈਏ ਵੀ ਲੌਂਗ ਰਨ ਦੇ ਵਿੱਚ ਆਪਾਂ ਕੰਮ ਲੈਣਾ ਹੈ ਜਾਂ ਸਮਾਜ ਦੇ ਵਾਸਤੇ ਆਪਾਂ ਨੂੰ ਵਰਤਣਾ ਹੈ ਤਾਂ ਉਹਦਾ ਡਿਸਐਡਵਾਂਟੇਜ ਹੈ। ਅੱਜ ਦੇ ਯੁੱਗ ਦੇ ਵਿੱਚ ਟੂ ਸਟ੍ਰੋਕ ਵਹੀਕਲ ਦਾ ਡਿਸਐਡਵਾਂਟੇਜ ਹੀ ਹੈ। ਐਡਵਾਂਟੇਜ ਇਹ ਸੀਗੇ ਜਦੋਂ ਸੀਗੇ, ਉਹਨਾਂ ਨੇ ਮੇਰੀ ਵੀ ਨਿੱਜੀ ਰਾਏ ਹੈ ਵੀ ਇਹਦੇ ਨਾਲ ਤਾਂ ਸਾਈਕਲ ਲੈ ਲਓ ਜਿਹਦੀ એનર્ਜੀ ਜਿਹੜੀ ਆਪਣੀ ਮਨੁੱਖੀ એનર્ਜੀ ਨਾਲ ਚੱਲੇ। ਆਪਾਂ ਉਹ ਚ એનર્ਜੀ ਵੀ ਕੰਜ਼ਿਊਮ ਕਰ ਰਹੇ ਹਾਂ, ਪ੍ਰਦੂਸ਼ਣ ਵੀ ਦੇ ਰਹੇ ਹਾਂ, ਤਾਂ ਉਹਦੇ ਮੋਸਟਲੀ ਡਿਸਐਡਵਾਂਟੇਜ ਨੇ। ਐਡਵਾਂਟੇਜ ਜਿਹੜੇ ਹੈਗੇ ਆ ਉਹ 4 ਸਟ੍ਰੋਕ ਦੇ ਬੈਟਰ ਦੇ ਨੇ। ਟੂ ਸਟ੍ਰੋਕ ਇਸ ਕਰਕੇ ਹੀ ਬੰਦ ਕੀਤਾ ਗਿਆ, ਇਸ ਕਰਕੇ ਹੀ ਬੰਦ ਕਰਨ ਦੀ ਮਜਬੂਰੀ ਬਣੀ ਵੀ ਡਿਸਐਡਵਾਂਟੇਜ ਜਿਹੜੇ ਆ ਉਹ ਐਡਵਾਂਟੇਜ ਨਾਲੋਂ ਕਿਤੇ ਸੀਗੇ ਤਾਂ ਜ਼ਿਆਦਾ ਐਡਵਾਂਟੇਜ, ਪਰ ਜਿਹੜੇ ਡਿਸਐਡਵਾਂਟੇਜ ਸੀ ਉਹ ਮਾਰੂ ਸੀਗੇ, ਉਹ ਘਾਤਕ ਸੀਗੇ। ਤਾਂ ਇਹੋ ਜਿਹੇ ਘਾਤਕ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਨਹੀਂ ਲੈਣਾ। ਤਾਂ ਜਿਹੜਾ ਨਿਚੋੜ ਇਹ ਹੈਗਾ ਵੀ ਅੱਜ ਦੇ ਯੁੱਗ 'ਚ ਆਪਾਂ ਟੂ ਸਟ੍ਰੋਕ ਨਹੀਂ ਲੈਣਾ ਚਾਹੀਦਾ। ਨੈਕਸਟ ਸਰ, ਹਾਂ ਬਿਲਕੁਲ ਉਹੀ ਸਲਾਈਡਾਂ ਚੱਲ ਰਹੀਆਂ ਨੇ। ਇਹ ਡਿਸਐਡਵਾਂਟੇਜ ਦੀਆਂ ਆ ਗਈਆਂ ਵੀ ਇਹਦੀਆਂ ਘਾਟਿਆਂ ਕਮਜ਼ੋਰੀਆਂ ਕੀ ਹੈ, ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦੀ ਜਿਹੜੀ ਹੈ 25-30 ਦੀ ਐਵਰੇਜ ਦਿੰਦੇ ਸਕੂਟਰ। ਅੱਜ ਕੱਲ ਤੁਸੀਂ ਪਲਟੀਨਾ ਵਗੈਰਾ ਵੇਚਦੇ ਹੋ 75-80 ਦੇ ਰਹੇ ਹੈ। ਇਹਦਾ ਰੀਜ਼ਨ ਤੇ ਫੈਕਟਰ ਉਹੀ ਹੈ ਵੀ ਉਹਨਾਂ ਨੂੰ ਆਪਾਂ ਪ੍ਰੋਪਰ ਕੰਪਰੈਸ ਨਹੀਂ ਕੀਤਾ। ਕਿਹਨਾਂ ਨੂੰ? ਟੂ ਸਟ੍ਰੋਕ ਦੇ ਵਿੱਚ ਪੈਟਰੋਲ ਦੀਆਂ ਗੈਸਾਂ ਨੂੰ ਪ੍ਰੋਪਰ ਕੰਪਰੈਸ ਨਹੀਂ ਕੀਤਾ। ਜੇ ਕੰਪਰੈਸ ਕੀਤਾ ਹੁੰਦਾ ਤਾਂ ਬੈਟਰ ਦੈਨ ਰਿਜ਼ਲਟ ਨਿਕਲਦੇ ਸੀ। ਪਰ ਇਹ ਉਦੋਂ ਮਨੁੱਖ ਦੀ, ਉਦੋਂ ਮਿਸਟਰ ਆਟੋ ਨੇ ਜਦੋਂ ਆਜ਼ਾਦ ਕੀਤੇ ਟੂ ਸਟ੍ਰੋਕ ਇੰਜਨ ਨੂੰ ਜਾਂ ਪੈਟਰੋਲ ਇੰਜਨ ਨੂੰ, ਉਹਨਾਂ ਦੀ ਇਹ ਫਿਦਰਤ ਸੀ ਕਿ ਅਸੀਂ ਇੰਜਨ ਤਾਂ ਬਣਾਈਏ। ਪਰ ਹੁਣ ਖੋਜਾਂ ਜਿਹੜੀਆਂ ਡਿਫਰੈਂਟ ਹੋ ਗਈਆਂ, ਯੁੱਗ ਪਲਟਾਊ ਖੋਜਾਂ ਆ ਗਈਆਂ, ਇਹ ਵਧੀਆ ਹੋ ਗਿਆ। ਟੂ ਸਟ੍ਰੋਕ ਬੰਦ ਹੋਣਾ ਇੱਕ ਚੰਗਾ ਸੁਣਾ ਹੈ। ਇਹ ਡਿਸਐਡਵਾਂਟੇਜ ਭਾਰੀ ਪੈ ਗਿਆ ਤੇ ਅੱਗੇ ਸਰ। ਟੂ ਸਟ੍ਰੋਕ ਐਂਡ 4 ਸਟ੍ਰੋਕ ਡਿਫਰੈਂਸ ਬਿਟਵੀਨ, ਕਾਫੀ ਡਿਫਰੈਂਸ ਨੇ। ਮੈਂ ਡਿਫਰੈਂਸ ਗਾਣ ਲੱਗ ਜਾਂਦਾ ਮੇਰੇ ਹਿਸਾਬ ਨਾਲ 40-50 ਨੇ। ਇਹ ਤਾਂ 5-7 ਹੀ ਲਿਖਾਏ ਹੋਏ ਹੈ। ਧੂਏ ਦਾ ਰੰਗ ਹੈ, ਉਹਦਾ ਉਹ ਚ ਰੇਡੀਏਟਰ ਹੈ, ਉਹ ਚ ਬਲੋਰ ਹੈ, ਉਹ ਚ 에ਅਰ ਕੂਲਡ ਹੈ, ਉਹਦਾ ਆਪਣੇ ਰੱਖ ਰਖਾਵ ਜ਼ਿਆਦਾ ਆ, ਉਹਦਾ ਮੇਨਟੇਨੈਂਸ ਬਹੁਤ ਜ਼ਿਆਦਾ ਹੈ, ਉਹਦੀ ਸਰਵਿਸ ਕਰਾਉਣੀ ਮਹਿੰਗੀ ਹੈ, ਉਹਨੂੰ ਖਰੀਦਣਾ ਮਹਿੰਗਾ ਹੈ।
ਮਤਲਬ ਇਹਦੇ ਹਜ਼ਾਰਾਂ ਹੀ ਹੈ, ਮਤਲਬ ਆਪਾਂ ਥੋੜੇ ਨਹੀਂ ਕਰ, ਜਿਵੇਂ ਆਪਾਂ ਕਹਿੰਦੇ ਐਵਰੇਜ ਤੇ ਡਿਪੈਂਡ ਕਿਹੜੇ ਕਾਰਨ ਹੈ, ਤਾਂ ਬੜੇ ਮੈਨੀ ਰੀਜ਼ਨ ਨੇ, ਕੋਈ ਇੱਕ ਦੋ ਰੀਜ਼ਨ ਨਹੀਂ ਹੈਗੇ। ਆਪਾਂ ਚਲੋ ਮੋਟੇ ਮੋਟੇ ਦੇ ਰੀਜ਼ਨ ਦੱਸੇ ਹੋਏ ਨੇ। ਇਹ ਕਹਿੰਦਾ ਮੂਵਿੰਗ ਪਾਰਟਸ ਆਓ ਜੀ, ਕੁਝ ਘੱਟ ਹੁੰਦੇ ਜ਼ਿਆਦਾ ਹੁੰਦੇ ਆ, ਮਤਲਬ ਉਹ ਹੈਵੀ ਹੁੰਦਾ, ਉਹ ਲਾਈਟ ਹੁੰਦਾ ਹੈ, ਉਹ ਮਹਿੰਗਾ, ਉਹ ਸਸਤਾ ਹੈ। ਤਾਂ ਹੁਣ ਆਪਾਂ ਸਿੱਧੇ ਗੱਲ ਕਰੀਏ, ਕਿਸੇ ਦਾ ਕੋਈ ਕੁਐਸਚਨ ਹੈ ਤਾਂ ਉਸ ਤੇ ਆਈਏ। ਆਪਾਂ ਪਹਿਲਾਂ ਸਲਾਈਡ ਦੇਖੋ, ਕੋਈ ਰਹਿ ਗਈ ਤਾਂ ਗਈ। ਸ਼੍ਰੀਮਾਨ ਜੀ ਜੇ ਕੋਈ ਸਲਾਈਡ ਹੈ ਸਾਂਝੀ ਕਰ ਲਓ, ਨਹੀਂ ਆਪਾਂ ਕੁਐਸਚਨ, ਮੈਨੂੰ ਜਦੋਂ ਤੱਕ ਕੁਐਸਚਨ ਨਾ ਪੁੱਛੋਗੇ ਉਦੋਂ ਤੱਕ ਮੈਨੂੰ ਜਿਹੜੀ ਹੈ ਉਹ ਗੱਲ ਜੀ ਨਹੀਂ ਬਣਦੀਗੀ। ਸਾਡੇ ਨਾਲ मदन लाल सर जी। हेलो, हाँ जी। हाँ जी, मैं उपासना बोल रही हूँ। हाँ जी, नमस्कार मैम। हाँ जी, नमस्कार जी, नमस्कार सर। मैं बड़ी खुश था कि तुसी अन्य स्टॉक्स बारे इन्ना अच्छा दसिया, डीजल इंजन बारे दसिया। मेरी तो स्पीड नहीं है, पर मैनू, मैं गड्डी चलानी है, स्कूटर चलानी है, मैनू नॉलेज होनी चाहिए है ना। मिस्त्री कई बार नफला कर जाते ने, लेकिन तुसी बड़ी सिंपल लैंग्वेज च बड़ा ही वधिया तरीके नाल दसिया, मैनू बड़ा अच्छा लग्या। और मैनूं लगदा स्टूडेंट्स नूं इस तो ज्यादा वधिया समझ आया होगा, क्योंकि उन्हां नाल रिलेटेड ट्रेड है। जी, थैंक यू सो मच। जसपाल जी ने भी बड़ा वधिया दसिया। मदन लाल जी नमस्कार। नमस्कार जी। बहुत बढ़िया सर, बहुत बढ़िया क्लास लाई तुसी मारे, बहुत बढ़िया, बहुत बहुत शुक्रिया सर। सर एक कृपा और करनी सर, सर मैं ITI कठुआ जम्मू कश्मीर। थैंक यू सर, वेलकम सर, वेलकम रविंद्र जी। और ठीक है सर, ये स्लाइडां भेज दियो। भेज देंगे सर, भेज देंगे। मैं भी आगे कुछ करा जरूर सर। और सर बहुत बढ़िया सर, बहुत बढ़िया, बहुत बढ़िया क्लास लाई सर। बैटरी चार्ज कर दी थी, और आगे भी तुसी मैनू सुनेहा दिंदे रहना, मैं तुहाडी क्लास अटेंड करता रहांगा। थैंक यू सर। और जी किसी का कोई क्वेश्चन सर? हेलो, हाँ जी सर, किसी क्वेश्चन कोई? चलो जी, टाइम पे सर, थोड़ा टाइम ला लिए जी। हाँ जी सर, अगले वास्ते भी छड़ दो जी। बच्चों नूं इन्ना वधिया तरीके नाल समझ आया होना। जे मैनू जिहदी ट्रेड नहीं है, जिन्नू मशीन बारे नहीं नॉलेज, किसी गड्डी बारे नॉलेज नहीं, जे मैनू समझ आ सकदा है, तां मैं सोचदी हां कि सारिआं नूं ही बड़ा वधिया तरीके नाल समझ आया होना। ठीक है जी, थैंक यू जी मैडम। बहुत वधिया, बहुत वधिया जी जी। हाँ जी मदन सर, कंटिन्यू करना है जाके आपा एंड करना? नहीं बस 4 मिनट रह गए, 4 मिनट कुछ दस दिए इन्हों। ठीक है, जितना तुहानू सही लगदा। हाँ ठीक है सर। तो मेरे प्यारे सखियार्थियों, मैं एक दो गल्लां सांझियां करदे हां। एक तां बच्चों नूं ये नहीं पता भी रॉक पोजीशन की हुंदी। रॉक मैंने हुंदी चट्टान। रॉक पोजीशन जिहड़ी आ वो चट्टान हुंदी है। ਜਿਹੜੇ ਸਖਿਆਰਥੀ ਸਾਈਕਲ ਚਲਾਉਂਦੇ ਨੇ, ਸਾਈਕਲ ਦਾ ਜਿਹੜਾ ਪੈਡਲ ਹੈ ਬਿਲਕੁਲ ਟਾਪ ਦੇ ਉੱਪਰ ਹੋਵੇ, ਉਹਦੇ ਉੱਪਰ ਜਦੋਂ ਤੁਸੀਂ ਫੋਰਸ ਲਾਓਗੇ ਬਿਲਕੁਲ ਟਾਪ ਤੇ ਹੈ, ਨਾ ਆਪਾਂ ਅਗਾਂਹ ਨੂੰ ਫੋਰਸ ਲਾਉਣੀ ਨਾ ਪਛਾਣ ਨੂੰ ਲਾਉਣੀ, ਬਿਲਕੁਲ ਉਹਦੇ ਉੱਪਰ ਲਾਉਣੀ ਹੈ 90 ਡਿਗਰੀ ਰਾਈਟ ਦੇ ਉੱਪਰ, ਤਾਂ ਉਹ ਜਿਹੜਾ ਪੈਡਲ ਹੈ ਉਹ ਕਿਸੇ ਪਾਸੇ ਮੂਵ ਨਹੀਂ ਕਰੇਗਾ। ਉਸ ਚੀਜ਼ ਦਾ ਨਾਮ ਹੈ ਰੌਕ ਪੋਜੀਸ਼ਨ TDC। ਜਦੋਂ ਉਹ ਪੋਜੀਸ਼ਨ ਹੁੰਦੀ ਹੈ ਤਾਂ ਜਦੋਂ ਕੋਈ ਵੀ ਬੰਦਾ ਕਾਰ ਚਲਾਉਂਦਾ ਹੈ, ਮੋਟਰਸਾਈਕਲ ਚਲਾਉਂਦਾ ਹੈ, ਪੁਲ ਦੇ ਉੱਤੇ ਚੜਿਆ ਹੁੰਦਾ ਹੈ, ਚੌਥਾ ਗੇਅਰ ਲੱਗਿਆ ਹੁੰਦਾ ਹੈ, ਤਾਂ ਇੱਕ ਆਵਾਜ਼ ਆਉਂਦੀ ਹੈ ਬਾਈਕ ਚੋਂ, ਕਾਰ ਚੋਂ, ਟਕ 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 ਕਟ 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 ਕਟ, ਇੱਕ ਆਵਾਜ਼ ਆਉਂਦੀ ਹੈ ਇਸ ਤਰ੍ਹਾਂ ਦੀ। ਉਹ ਜਿਹੜੀ ਆਵਾਜ਼ ਹੈ ਉਹ ਰੌਕ ਪੋਜੀਸ਼ਨ ਦੀ ਹੁੰਦੀ ਹੈ, ਚਟਾਨ ਦੀ ਹੁੰਦੀ ਹੈ। ਪਿਸਟਨ ਗਜ਼ਨ ਪਿਨ ਦੇ ਨਾਲ ਲੱਗ ਰਿਹਾ ਹੁੰਦਾ ਹੈ। ਗਜ਼ਨ ਪਿਨ CR ਬੁਸ਼ ਨਾਲ ਲੱਗਦੀ ਹੈ। CR ਬੁਸ਼ ਕਨੈਕਟਿੰਗ ਰਾਡ ਨਾਲ ਲੱਗਦਾ ਹੈ, और कनैक्टिंग राड जी क्रैंक पिन दे नाल लग रही है, और जी क्रैंक पिन है वो उपरों थल्ले दोनों पासे लग रही है। तां जी है रॉक पोजीशन दो होंदियां, एक TDC रॉक पोजीशन, एक BDC रॉक पोजीशन।
ਔਰ ਜ਼ਿਆਦਾਤਰ ਗੱਡੀਆਂ ਦੇ ਪਿਸਟਨ ਗੋਲ ਨਹੀਂ ਹੁੰਦੇ। ਗੋਲ ਦਾ ਮਤਲਬ ਸਰਕਲ ਵਾਂਗੂ ਨਹੀਂ ਹੁੰਦੇ, ਉਹ ਹੁੰਦੇ ਕੇਮ ਗਰਾਊਂਡ ਪਿਸਟਨ। ਜਿੱਧਰਲੇ ਪਾਸੇ ਪਿਸਟਨ ਦੀ ਪਿੰਨ ਪੈਂਦੀ ਹੈ ਉਧਰੋਂ 1 ਜਾਂ ਅੱਧਾ mm ਬੈਠਵੇਂ ਹੁੰਦੇ ਕੁਕੜੀ ਦੇ ਅੰਡੇ ਵਾਂਗੂ, ਓਵਲ ਸ਼ੇਪ। ਗੋਲ ਨਹੀਂ ਹੁੰਦੇ ਪਿਸਟਨ। ਉਹ ਉਹਦੇ ਵਾਸਤੇ ਹੁੰਦੇ ਜਦੋਂ ਹੀਟ ਹੋਈ ਪਿਸਟਨ ਆਪਣੇ ਆਪ ਗੋਲ ਹੋ ਜੇ। ਔਰ ਜਿੱਥੇ ਪਿਸਟਨ ਦੀ ਲਾਸਟ ਵਾਲੀ ਟਾਪ ਹੁੰਦੀ ਹੈ ਉੱਥੇ ਬਹੁਤ ਬਰੀਕ ਲਾਈਨਾਂ ਲੱਗੀਆਂ ਹੁੰਦੀਆਂ, ਬਹੁਤ ਬਰੀਕ ਨਰਲਿੰਗ ਹੁੰਦੀ ਹੈ ਪਿਸਟਨ ਦੇ ਉੱਪਰ, ਬਹੁਤ ਬਰੀਕ ਵਾਲਾਂ ਵਰਗੀਆਂ। ਉਹ ਇੱਕ ਤਰ੍ਹਾਂ ਦੀ ਪਿਸਟਨ ਦੀ ਫਿੰਸ ਹੈ ਜਿਹਨੂੰ ਅਸੀਂ ਹੀਟ ਡੌਮ ਵੀ ਬੋਲਦੇ ਹਾਂ, ਜਿੱਥੇ ਅਸੀਂ ਰਿਜ ਕਟਰ ਲਗਾਉਂਦੇ ਹਾਂ। ਜੇ ਬੱਸਾਂ ਟਰੱਕਾਂ ਦੀ ਗੱਲ ਕਰੀਏ, ਪਿਸਟਨ ਨੂੰ ਬਾਹਰ ਕੱਢਣਾ ਹੋਵੇ ਤਾਂ ਪਿਸਟਨ ਟੁੱਟ ਜਾਂਦਾ, ਬਾਹਰ ਨਹੀਂ ਨਿਕਲਦਾ। ਉਹਦੇ ਉੱਪਰ ਇੱਕ ਲਾਈਨ ਬਣ ਜਾਂਦੀ, ਗਰੂਵ ਬਣ ਜਾਂਦਾ, ਖਾਂਚਾ ਬਣ ਜਾਂਦਾ ਹੈ ਚੱਲ ਚੱਲ ਕੇ। ਉਹ ਖਾਂਚੇ ਨੂੰ ਕੱਟਣਾ ਪੈਂਦਾ। ਉਸ ਟੂਲ ਦਾ ਨਾਮ ਹੈ ਰਿਜ ਕਟਰ, RIZ, ਰਿਜ। ਰਿਜ ਕਟਰ ਦੇ ਨਾਲ ਉਹ ਖਾਂਚੇ ਨੂੰ ਪਹਿਲਾਂ ਕੱਟਦੇ ਆ, ਫਿਰ ਉਹਨੂੰ ਬਾਹਰ ਕੱਢਦੇ ਆ। ਜਿਵੇਂ ਪਿਸਟਨ ਦੀ ਸ਼ੇਪ ਦੱਸਾਂ, ਜ਼ਿਆਦਾਤਰ ਤਾਂ ਕੁੱਕਰ ਦਾ ਢੱਕਣ ਸਾਰਿਆਂ ਨੇ ਵੇਖਿਆ ਹੋਊਗਾ। ਮੈਨੂੰ ਲੱਗਦਾ ਜਿਹਨੇ ਕੁੱਕਰ 'ਚ ਸਬਜ਼ੀ ਨਹੀਂ ਬਣਾਈ ਮਨੁੱਖ ਨੇ, ਲੇਡੀਜ਼ ਤਾਂ ਸਾਰੇ ਬਣਾਉਂਦੇ ਆ, ਤਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਕੁੱਕਰ ਜੜਿਆ ਕਿਵੇਂ ਜਾਣਾ ਹੈ। ਕਿ ਉਹ ਓਵਲ ਸ਼ੇਪ ਆਓ, ਪਹਿਲਾਂ ਉਹ ਟੇਢਾ ਕਰਕੇ ਪਾਓ, ਫਿਰ ਉਹਨੂੰ ਜਮਾ ਦੇ ਨਿਸ਼ਾਨ ਵਾਂਗੂ ਘੁਮਾਉਣਾ ਪੈਂਦਾ ਹੈ। ਤਾਂ ਪਿਸਟਨ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਤਾਂ ਹੁਣ ਆਪਣੇ ਕੋਲ 3 ਵੱਜ ਚੁੱਕੇ ਆ। ਜੇ ਕਿਸੇ ਦਾ ਕੋਈ ਕੁਐਸਚਨ ਇਹਦੇ ਰਿਗਾਰਡਿੰਗ ਹੈ ਤਾਂ ਪੁੱਛ ਸਕਦਾ ਹੈ। हाँ जी मदन जी, मेरे ख्याल क्वेश्चन है नहीं किसी को, जो ਹੁੰਦਾ ਤਾਂ ਪਹਿਲਾਂ ਪੁੱਛ ਲੈਣੇ ਕਿਸੇ ਨੇ। ਠੀਕ ਹੈ ਸਰ ਜੀ। ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜਸਪਾਲ ਜੀ ਦਾ, ਮਨਪ੍ਰੀਤ ਜੀ ਦਾ, ਰਣਜੀਤ ਸਰ ਦਾ ਤੇ ਮੈਡਮ ਅਤਰੀ ਜੀ ਦਾ, ਉਹਨੇ ਜੁਆਇਨ ਕੀਤਾ ਸਾਨੂੰ। ਥੈਂਕ ਯੂ ਵੈਰੀ ਮਚ। ਓਕੇ ਸਰ ਜੀ, ਥੈਂਕ ਯੂ ਜੀ, ਵੈਲਕਮ। ਥੈਂਕ ਯੂ ਸਰ, ਥੈਂਕ ਯੂ ਮਦਨ ਜੀ, ਥੈਂਕ ਯੂ ਵੰਸ ਅਗੇਨ। Thank you, sir.